ਕਹਿੰਦੇ ਹੋ ਵੀ ਤੁਸੀਂ ਆਪਣੇ ਆਪ ਨੂੰ ਉਮੀਦਵਾਰ ਮੰਨ ਰਹੇ ਹੋ, ਪਰ ਇੱਥੇ ਤਾਂ ਇੱਕ ਹੋਰ ਵੀ ਲੋਕ ਹੈਗੇ ਜਿਹੜਾ ਦਾਅਵਾ ਪੇਸ਼ ਕਰ ਰਹੇ ਵੀ ਉਹਨਾਂ ਦਾ ਕਹਿਣਾ ਵੀ ਉਮੀਦਵਾਰ ਅਸੀਂ ਹਾਂ, ਤੇ ਜੇਕਰ ਕੋਈ ਹੋਰ ਬਰਿੰਦਰ ਢਿੱਲੋਂ ਨੂੰ ਛੱਡ ਕੇ ਕਿਸੇ ਹੋਰ ਦਾ ਨਾਮ ਅਨਾਉਂਸ ਕੀਤਾ ਜਾਂਦਾ, ਸੁਖਵਿੰਦਰ ਸਿੰਘ ਵਿਸਕੀ ਨਾਂ ਦਾ ਵੀ ਬਹੁਤ ਚਰਚਾ ਦੇ ਵਿੱਚ ਹੈ, ਕਹਿ ਰਹੇ ਨੇ, ਤੇ ਤੁਸੀਂ ਫਿਰ ਸਮਰਥਨ ਕਰੋਗੇ? ਚਾਹੇ ਉਹ ਤੁਸੀਂ ਹੋ, ਚਾਹੇ ਉਹ ਵਿਸਕੀ ਹੋਵੇ, ਚਾਹੇ ਉਹ ਆਪਣਾ ਸਕੌਚ ਹੋਵੇ, ਚਾਹੇ ਕੋਈ ਵੀ ਹੋਵੇ, ਮੈਂ ਉਹਨਾਂ ਦੀ ਪੂਰੀ ਬਕਾਇਦਾ ਮਦਦ ਜਿਹੜੀ ਆ ਠੋਕ ਕੇ ਕਰਾਂ। ਲੋਕ ਤਾਂ ਇਹ ਕਹਿ ਰਹੇ ਨੇ ਵੀ ਜਦੋਂ ਮੁੱਦੇ ਫਾਈਨੈਂਸ਼ੀਅਲ ਪ੍ਰੋਬਲਮ ਦੇ ਕਰਕੇ ਅਜੇ ਪਏ ਨੇ ਉਸੇ ਤਰ੍ਹਾਂ, ਫਿਰ ਕੈਪਟਨ ਸਾਹਿਬ ਨੂੰ ਲਾਇਆ ਹੀ ਕਿਉਂ ਸੀ? ਜਦੋਂ ਚੰਨੀ ਸਾਹਿਬ ਵੀ ਆ ਕੇ ਕਹਿੰਦੇ ਆ ਵੀ ਮੈਂ ਹੁਣ ਕੋਈ ਧਰਨਾ ਨਹੀਂ ਲੱਗਣ ਦੇਣਾ, ਤੇ ਧਰਨੇ ਤਾਂ ਉਸੇ ਤਰ੍ਹਾਂ ਜਾਰੀ ਆ। ਉਹ ਕਹਿੰਦੇ ਕੈਪਟਨ ਤੇ ਚੰਨੀ 'ਚ ਕੋਈ ਬਹੁਤਾ ਫਰਕ ਤਾਂ ਹੈ ਨਹੀਂ ਜੀ। ਜਦੋਂ ਸਰਕਾਰ ਬਦਲਾਈ ਹੈ, ਜਦੋਂ ਚੰਨੀ ਦੀ ਸਰਕਾਰ, ਤਾਂ ਪੱਤਰਕਾਰਾਂ ਨੇ, ਅਸੀਂ ਸਾਰੇ ਮੀਡੀਆ ਨੇ ਸਵਾਲ ਕੀਤਾ ਵੀ ਬਹੁਤ ਨੇ 3 ਮਹੀਨੇ 4 ਮਹੀਨੇ ਤੁਹਾਡੇ ਕੋਲ, ਉਹ ਕਹਿੰਦੇ ਸਾਡੇ ਲਈ ਤਾਂ 10 ਦਿਨ ਵੀ ਬਹੁਤ ਹੈ। ਫਿਰ ਅਜਿਹੇ ਬਿਆਨ ਕਿਉਂ ਹੁੰਦੇ ਆ ਜੀ? ਗਲਤ ਕੀ ਉਹਦੇ ਅੰਦਰ? ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ ਜਿਤਾਉਣਾ, ਕਿਸੇ ਇੱਕ ਪਾਰਟੀ ਨੂੰ ਨਾ ਜਿਤਾਈਏ, ਰੋਪੜ ਜਿੱਤਣਾ ਚਾਹੀਦਾ। ਕਹਿੰਦੇ ਰੋਪੜ ਛੱਡੋ, ਅਸੀਂ ਤਾਂ ਪੰਜਾਬ ਜਿਤਾਇਆ, ਪੰਜਾਬ ਕਾਂਗਰਸ ਦੇ ਹੱਥਾਂ 'ਚ ਹੈ, ਤੇ ਉਸੇ ਪੰਜਾਬ ਜਿਤਾਉਣ ਵਾਲੇ ਲੋਕਾਂ ਨੇ ਰੋਪੜ ਦੇ ਨਾਲ ਵਿਤਕਰਾ ਕੀਤਾ ਜੀ। ਚਾਹੇ MLA ਆਪ ਦਾ ਸੀਗਾ ਤੇ ਉਹਨੂੰ ਵੀ ਗ੍ਰਾਂਟ ਦਿੱਤੀ ਜਾ ਸਕਦੀ ਸੀ, ਵਿਤਕਰਾ ਕਿਉਂ? ਮਤਈ ਮਾਂ ਵਾਲਾ ਵਿਤਕਰਾ ਕਿਉਂ? ਜਿਹੜੀ ਗੱਲ ਕਰ ਰਹੇ ਹੋ ਕਿਸ ਫੈਕਟਸ ਦੇ ਉੱਤੇ ਕਰ ਰਹੇ ਹੋ? ਦੇਖੋ, ਤੁਸੀਂ ਇੱਕ ਜ਼ਿੰਮੇਵਾਰ ਹੋ, ਬੜੇ ਪਪੂਲਰ ਤੁਸੀਂ ਆਪਣਾ ਕੀ ਕਹਿੰਦੇ ਪੱਤਰਕਾਰ ਬਣੀਆਂ, ਕਿੰਨੇ ਕੰਮ ਨਗਰ ਕੌਂਸਲ ਨੇ ਕਰਾਇਆ ਜੀ? ਮੈਂ ਉਹਨਾਂ ਦੇ ਵੀ ਫਿਰ ਮੇਰੇ ਕੋਲ ਉਹ ਵੀ ਡਾਟਾ ਹੈਗਾ ਜੀ ਸਾਰਾ, ਜਿੱਥੇ ਜਿੱਥੇ ਸੜਕਾਂ ਟੁੱਟੀਆਂ, ਜਿਹੜੇ ਨਗਰ ਕੌਂਸਲ ਏਰੀਆ ਦੇ ਵਿੱਚ ਮਤਲਬ ਕਿ ਜਿੱਥੇ ਸਾਰਾ ਗਲੀਆਂ ਬਲੌਕ ਹੀ ਪਈਆਂ। ਹਵੇਲੀ ਜਾ ਕੇ ਦੇਖੋ ਜੀ ਹਾਲ। 1000 ਰੁਪਏ ਵੀ ਦੇਣਗੇ ਉਹ ਕਹਿੰਦੇ ਅਸੀਂ, ਔਰ ਬਿਜਲੀ ਦੀ ਗੱਲ ਕੀਤੀ ਹੈ, ਸਾਰਾ ਕੁਝ ਦੇਖੀ ਜਾਂਦੇ ਤੁਸੀਂ, ਗਰੰਟੀਆਂ। ਦਿੱਲੀ 'ਚ ਦਿੱਤਾ 1000 ਰੁਪਏ ਅਜ ਤੱਕ? ਕੀਤਾ ਉਹ ਕਹਿੰਦੇ ਮੈਂ ਵਾਅਦਾ ਹੀ ਨਹੀਂ ਕੀਤਾ। ਦਿੱਲੀ 'ਚ ਕੀ ਗੱਲ ਮਹਿਲਾਵਾਂ ਨੂੰ ਲੋੜ ਨਹੀਂ ਆ? 2 ਸਾਲ ਹੋ ਗਏ ਅਸੀਂ ਉੱਥੇ ਪੁੱਛਿਆ ਸੀ, ਕਦੀ ਕਿਸੇ ਨੂੰ ਮਿਲਿਆ ਨਹੀਂ ਆਮ ਲੋਕਾਂ ਨੂੰ। ਪੰਜਾਬ 'ਚ ਆ ਕੇ ਵੱਡੀਆਂ ਗੱਲਾਂ ਕਰਦਾ। ਇਸ ਕਰਕੇ ਮੈਂ ਅਖੀਰ ਜੇ ਘਰ ਸਹੂਲਤਾਂ ਪਹੁੰਚਦੀਆਂ ਹੁਣ, ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਜੀ। ਚੰਨੀ ਸਾਹਿਬ ਲੋਕਾਂ ਨੂੰ ਬਹੁਤ ਮਿਲ ਰਹੇ ਨੇ, ਫਿਰ ਧਰਨੇ ਕਿਉਂ ਲੱਗ ਰਹੇ? 800 ਕਰੋੜ ਰੁਪਇਆ ਕੇਜਰੀਵਾਲ ਸਾਹਿਬ ਉੱਥੇ ਐਡਵਰਟਾਈਜ਼ਮੈਂਟ ਤੇ ਖਰਚ ਕਰਦੇ ਆ। 800 ਕਰੋੜ ਰੁਪਇਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਖਰਚ ਕਰਦੀ ਆ 150 ਕਰੋੜ ਰੁਪਇਆ। ਇਹ ਵੀ ਹੋਣਾ ਚਾਹੀਦਾ ਫਿਰ ਖਰਚ ਜੀ। 150 ਕਰੋੜ ਜਦੋਂ 4 ਲੱਖ ਕਰੋੜ ਦੇ ਕਰੀਬ ਤੁਸੀਂ ਕਰਜ਼ਾ ਵੀ ਦੱਸੀ ਜਾਂਦੇ ਹੋ, ਤੇ ਆਪਣਾ ਇਹ ਵੀ ਦੱਸੀ ਜਾਂਦੇ 150 ਕਰੋੜ ਰੁਪਏ। 150 ਕਰੋੜ ਦੇ ਨਾਲ ਕਿੰਨੇ ਲੋਕਾਂ ਦਾ ਫਾਇਦਾ ਹੋਊਗਾ? ਤੇ 800 ਕਰੋੜ ਦਾ ਕਦੀ ਪੁੱਛਿਆ ਉਹਨਾਂ ਤੋਂ ਕਿਉਂ ਖਰਚ ਕਰਦੇ ਉੱਤੇ? ਉਹਨਾਂ ਨੂੰ ਵੀ ਪੁੱਛੋ, ਜਦੋਂ ਉਹਨਾਂ ਨਾਲ ਬੈਠੂਗਾ ਉਹਨਾਂ ਨੂੰ ਹੀ ਗੱਲ ਕੋਲ ਪੁੱਛੋ ਸਾਡੇ ਤੋਂ। ਹੁਣ ਤੁਸੀਂ ਗੱਲ ਪ੍ਰਚਾਰ ਦੀ ਕੀਤੀ ਹੈ, ਪ੍ਰਚਾਰ ਦੇ ਉੱਤੇ ਕਰੋੜਾਂ ਰੁਪਏ ਖਰਚਣਾ ਪੈਂਦਾ, ਪਰ ਬਾਈ ਜੀ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਵੀ ਯਾਰ, ਇੱਕ ਆਪਾਂ ਜਦੋਂ ਕੋਈ ਵੀ ਰੈਲੀ ਕਰਦੇ ਆ, ਭਾਸ਼ਣ ਦੇ ਵਿੱਚ ਅਸੀਂ ਗੱਲ ਗੁਰੂ ਨਾਨਕ ਦੀ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਤੋਂ ਭਾਸ਼ਣ ਸ਼ੁਰੂ ਕਰਦੇ ਹਾਂ ਆਪਾਂ, ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਘੁੰਮ ਕੇ ਪ੍ਰਚਾਰ ਕੀਤਾ, ਉਹਨਾਂ ਨੇ ਤਾਂ ਕਦੇ ਕੋਈ ਪੋਸਟਰ ਲਾਏ ਨਹੀਂ ਹੈ। ਪ੍ਰਧਾਨ ਮੰਤਰੀ ਘੱਟੋ ਪ੍ਰਚਾਰ ਮੰਤਰੀ ਜ਼ਿਆਦਾ ਰਹੇ, ਉਹਦੇ ਕਰਕੇ ਫਿਰ ਸਾਨੂੰ ਵੀ ਪ੍ਰਚਾਰ ਕਰਨਾ ਪਊਗਾ। ਪੰਜਾਬ ਦੇ ਲੋਕ ਕਿਤੇ ਭਾਵਕ ਹੋ ਜਾਂਦੇ ਆ ਛੇਤੀ। ਪੰਜਾਬ ਦੇ ਲੋਕ ਜਜ਼ਬਾਤੀ ਆ, ਔਰ ਉਹ ਜਜ਼ਬਾਤਾਂ ਨਾਲ ਖੇਡ ਰਹੇ। ਜਿਵੇਂ ਕੈਪਟਨ ਸਾਹਿਬ ਜਜ਼ਬਾਤਾਂ ਨਾਲ ਖੇਡ ਕੇ ਉਸੇ ਤਰ੍ਹਾਂ ਸਿਰਫ ਕੈਪਟਨ ਨੂੰ ਕਹੇ ਜਾਂਦੇ ਆ, ਜਿਹੜੇ MLA ਬਣੇ ਆ ਉਦੋਂ ਸਾਥ ਵੀ ਤਾਂ ਦਿੱਤਾ ਜੀ। ਕਦੋਂ 4.5 ਸਾਲ ਬਾਅਦ ਆਪਾਂ ਬਗਾਵਤ ਕਰਦੇ ਹਾਂ ਜੀ। ਅੱਜ ਫਿਰ ਉਹ ਕੀ ਪਹਿਲੇ ਸਾਲ ਹੀ ਕਰ ਦਿੰਦੇ? ਸਾਲ ਹੀ ਕਰ ਦਿੰਦੇ। ਜਿੰਨੇ ਮੈਂ ਤਾਂ ਕਹਿੰਦਾ ਪਹਿਲੇ ਹਫਤੇ 4 ਹਫ਼ਤਿਆਂ ਬਾਅਦ ਕਰ ਦੇਣੀ ਚਾਹੀਦੀ ਸੀ ਜੀ। ਬਿਕਰਮ ਮਜੀਠੀਆ ਤੋਂ ਮਾਫੀ ਮੰਗਦਾ ਕੇਜਰੀਵਾਲ, ਪਹਿਲੋਂ ਕਹਿੰਦਾ ਵੀ ਇਹ ਨਸ਼ਾ ਤਸਕਰਾ, ਬਾਅਦ 'ਚ ਮੰਗਦਾ ਮਾਫੀਆਂ, ਤੇ ਅੱਜ ਫਿਰ ਬਸ਼ਰਮਾ ਵਾਂਗੂ ਆ ਕੇ ਫਿਰ ਇਲਜ਼ਾਮ ਲਾਈ ਜਾਂਦਾ। ਹੁਣ ਇਲਜ਼ਾਮ ਲਾ ਦਿੰਦਾ ਚੰਨੀ ਸਾਹਿਬ ਤੇ, ਕੱਲ੍ਹ ਨੂੰ ਫਿਰ ਮਾਫੀ ਮੰਗ ਜੂਗਾ। ਤੁਹਾਨੂੰ ਰੋਪੜ ਤੋਂ ਟਿਕਟ ਮਿਲਦੀ ਹੈ, ਜਿੱਤ ਵੀ ਜਾਂਦੇ ਹੋ, ਤਾਂ ਪਹਿਲੇ ਕੰਮ ਮੁੱਢਲੇ ਕੰਮ ਕੀ ਹੈ ਕਰਨ ਵਾਲੇ? ਬਹੁਤ ਵਧੀਆ ਸਵਾਲ ਹੈ। ਜਿਹੜੇ ਟਰੱਕ ਡਰਾਈਵਰ ਵੀਰ ਨੇ ਉਹ ਸਾਨੂੰ ਫੋਨ ਕਰਦੇ ਨੇ। ਇੱਕ ਵੀਰ ਨੇ ਮੈਨੂੰ ਇਹ ਕਿਹਾ, ਕਹਿੰਦਾ ਜੀ ਵੀ ਰਾਜਾ ਵੜਿੰਗ ਸਾਹਿਬ ਨੂੰ ਟਰਾਂਸਪੋਰਟ ਮੰਤਰੀ ਨਹੀਂ ਹੋਣਾ ਚਾਹੀਦਾ, ਮਤਲਬ ਕਿ ਬੱਸ ਮੰਤਰੀ ਹੋਣਾ ਚਾਹੀਦਾ, ਵੀ ਇਸ ਤਰ੍ਹਾਂ ਦੇ ਮੰਤਰੀ ਅਲੱਗ-ਅਲੱਗ ਹੋਣੇ ਚਾਹੀਦੇ, ਟਰੱਕਾਂ ਦਾ ਮੰਤਰੀ ਅਲੱਗ। ਉਹ ਕਹਿੰਦੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। PRTC ਜਾਂ ਬਾਦਲਾਂ ਦੀਆਂ ਬੱਸਾਂ ਹੋਈ ਜਾ ਰਹੀਆਂ, ਤੇ ਮੁਕਤਸਰ ਦੇ ਵਿੱਚ ਉਹ ਕਹਿੰਦੇ ਸਾਡੀ ਟ੍ਰੇਨਿੰਗ ਲੱਗਦੀ ਹੈ ਜਦੋਂ ਸਾਡਾ ਹੈਵੀ ਲਾਇਸੈਂਸ ਮਤਲਬ ਕਿ ਐਕਸਪਾਇਰ ਹੋ ਜਾਂਦਾ, ਤੇ ਉਹ 35,000 ਤੱਕ ਚਲੀ ਗਈ ਹੈ ਜੀ। ਕਿਊ ਦੇ ਵਿੱਚ ਹੈ ਬੰਦੇ, ਮਤਲਬ ਕਿ ਉਹ 1 ਸਾਲ ਬਾਅਦ ਆਉਂਦਾ ਜੀ ਨੰਬਰ। ਉਹ ਕਹਿੰਦੇ 1 ਸਾਲ ਤੋਂ ਅਸੀਂ ਵਿਹਲੇ ਬੈਠੇ ਰਹੀਏ। ਵਿਧਾਨ ਸਭਾ ਚੋਣਾਂ ਨੇੜੇ ਨੇ, ਤੇ ਅਜਿਹੇ ਦੇ ਵਿੱਚ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ। ਤੇ ਜੇਕਰ ਗੱਲ ਕਰੀਏ ਕਾਂਗਰਸ ਦੀ, ਤਾਂ ਕਾਂਗਰਸ ਨੇ ਹਲੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ, ਪਰ ਇਸ ਦੇ ਬਾਵਜੂਦ ਵੀ ਜਿਹੜੀਆਂ ਚੋਣਾਂ ਦੇ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ। ਤੇ ਜੇ ਗੱਲ ਕਰੀਏ ਹਲਕਾ ਰੂਪਨਗਰ ਦੀ, ਤਾਂ ਰੂਪਨਗਰ ਤੋਂ ਅੱਜ ਬਰਿੰਦਰ ਢਿੱਲੋਂ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੀ ਨੇ, ਸੋ
ਉਹਨਾਂ ਦੇ ਵੱਲੋਂ ਇੱਕ ਇੱਥੇ ਤਾਜਪੋਸ਼ੀ ਸਮਾਗਮ ਰੱਖਿਆ ਜਾਂਦਾ ਹੈ। ਅੱਜ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਹੁੰਦੀ ਹੈ ਤੇ ਗੱਲਬਾਤ ਦੇ ਲਈ ਸਾਡੇ ਨਾਲ ਤਿਆਰ ਨੇ ਵਰਿੰਦਰ ਢਿੱਲੋਂ ਜੀ ਦੇ ਨਾਲ ਕਈ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਾਂਗੇ, ਅੱਜ ਦੇ ਪ੍ਰੋਗਰਾਮ ਬਾਰੇ ਵੀ। ਢਿੱਲੋਂ ਸਾਹਿਬ, ਅੱਜ ਦੇ ਇਸ ਪਹਿਲੇ ਪ੍ਰੋਗਰਾਮ ਬਾਰੇ ਜ਼ਰੂਰ ਜਾਣਕਾਰੀ। ਅੱਜ ਸਾਡੇ ਨਵੇਂ ਯੂਥ ਦੇ ਜ਼ਿਲ੍ਹਾ ਪ੍ਰਧਾਨ ਆ, ਉਹਨਾਂ ਦੀ ਤਾਜਪੋਸ਼ੀ ਸੀ ਔਰ ਉਹਨਾਂ ਨੇ ਅੱਜ ਕਾਫੀ ਭਾਰੀ ਇਕੱਠ ਕੀਤਾ, ਡਾਕਟਰ ਅੱਛਾ ਸ਼ਰਮਾ ਜੀ, ਔਰ ਉਹਦੇ ਤਹਿਤ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਨਵਾਂ ਪ੍ਰਧਾਨ ਐਲਾਨਿਆ ਗਿਆ, ਪਰ ਜਿਹੜੇ ਪਹਿਲੇ ਆ ਸੁਰਿੰਦਰ ਸਿੰਘ, ਉਹ ਕਹਿੰਦੇ ਵੀ ਮੈਂ ਤਾਂ ਸਾਬਕਾ ਹੋਇਆ ਨਹੀਂ, ਨਾ ਮੈਨੂੰ ਕਿਸੇ ਤਰ੍ਹਾਂ ਦਾ ਮਤਲਬ ਕਿ ਡਰ ਹੈਗਾ ਵੀ ਮੈਂ ਤਾਂ ਇੱਥੇ ਆਵਾਂਗਾ ਪ੍ਰਧਾਨਗੀ ਦੇ ਤੌਰ ਤੇ, ਪ੍ਰਧਾਨ ਦੇ ਤੌਰ ਤੇ ਵਿਚਰਾਂਗਾ ਮੈਂ ਲੋਕਾਂ 'ਚ। ਹੁਣ ਅਸੀਂ ਉਹਦੇ ਅੰਦਰ ਕੀ ਕਹਿ ਸਕਦੇ, ਇਹ ਤਾਂ ਪਾਰਟੀ ਦਾ ਫੈਸਲਾ, ਪਾਰਟੀ ਦੀ ਆਰਗੇਨਾਈਜੇਸ਼ਨ ਆ। ਹੁਣ ਕੋਈ ਮੰਨੀ ਜਾਵੇ, ਪਾਰਟੀ ਨੂੰ ਵੀ ਮੰਨਣਾ ਚਾਹੀਦਾ ਨਾ। ਪਾਰਟੀ ਦੇ ਤੌਰ ਦੇ ਉੱਤੇ, ਜ਼ਿੰਮੇਵਾਰੀ ਤੌਰ ਦੇ ਉੱਤੇ ਮੈਂ ਗੱਲ ਕਰ ਰਿਹਾ, ਔਰ ਮੈਂ ਬਤੌਰ ਪੰਜਾਬ ਯੂਥ ਕਾਂਗਰਸ ਪ੍ਰਧਾਨ ਦੀ ਗੱਲ ਕਰ ਰਿਹਾ। ਹੁਣ ਕੋਈ ਕਰੀ ਜਾਵੇ, ਹੁਣ ਮੈਂ ਕੀ ਕਹਿ ਸਕਦਾ, ਅਗਰ ਕੋਈ ਮਤਲਬ ਪਗਲਾ ਜਾਏ ਤਾਂ ਮੈਂ ਉਹਨੂੰ ਕੀ ਕਹਾਂ। ਪਰ ਅਜਿਹੀ ਸਿਚੁਏਸ਼ਨ ਬਣਦੀ ਕਿਉਂ ਹੈ ਜੀ ਵੀ ਜਾਂ ਸਾਨੂੰ ਪਹਿਲਾ ਜਿਹੜਾ ਪ੍ਰਧਾਨ ਹੈਗੇ ਉਹ ਲਾਉਣਾ ਕਿਉਂ ਪਿਆ, ਕਿਉਂਕਿ ਜਾਂ ਫਿਰ ਇਹ ਮੰਨੀਏ ਵੀ ਪਹਿਲਾਂ ਜਿਹੜਾ ਲਾਇਆ ਗਿਆ ਸੀਗਾ ਉਹ ਕਾਬਿਲ ਨਹੀਂ ਲਾਇਆ ਗਿਆ, ਜਾਂ ਪਛਾਣ ਕਰਨੀ ਹਲੇ ਕਾਂਗਰਸ ਨੂੰ ਨਹੀਂ ਆਈ ਵੀ ਕਿਹੜਾ ਪ੍ਰਧਾਨ ਕਾਬਿਲ ਹੋਊਗਾ ਕਿਹੜਾ ਨਹੀਂ ਹੋਊਗਾ ਜੀ। ਦੇਖੋ, ਉਹ ਇਲੈਕਸ਼ਨ ਇੱਕ ਡੈਮੋਕ੍ਰੇਸੀ ਤਹਿਤ ਹੁੰਦੀ ਆ ਸਾਡੀ, ਵੋਟਾਂ ਪੈ ਕੇ ਕੋਈ ਆਉਂਦੇ ਆ, ਔਰ ਅਸੀਂ ਕੋਈ ਉਹਨਾਂ ਨੂੰ ਲਾਇਆ ਨਹੀਂ ਆ, ਉਹਨਾਂ ਨੂੰ ਇੱਕ ਹੋਰ ਜ਼ਿੰਮੇਵਾਰੀ ਦੇਣ ਲੱਗੇ ਆ। ਬਹੁਤ ਜਲਦੀ ਅਸੀਂ ਉਹਨਾਂ ਨੂੰ ਪੰਜਾਬ ਯੂਥ ਕਾਂਗਰਸ ਦੀ ਸਟੇਟ ਬੋਡੀ ਵਿੱਚ ਲੈਣ ਲੱਗੇ ਆ, ਔਰ ਉਹਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ। ਹੁਣ ਕੱਲ੍ਹ ਨੂੰ ਮੈਂ ਪ੍ਰਧਾਨ ਸੀਗਾ ਜ਼ਿਲ੍ਹੇ ਦਾ, ਕੱਲ੍ਹ ਨੂੰ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਆ, ਅਗਰ ਮੈਨੂੰ ਕੋਈ ਕਹਿ ਦੇਣ ਉੱਪਰੋਂ ਵੀ ਨਹੀਂ ਭਾਈ ਸਾਹਿਬ ਤੁਸੀਂ ਨਹੀਂ ਹੋ ਪ੍ਰਧਾਨ, ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਅਗਲੀ ਜ਼ਿੰਮੇਵਾਰੀ ਦੇ ਵੱਲ ਜਾਊਂਗਾ। ਸੋ ਪਾਰਟੀਆਂ ਦੇ ਵਿੱਚ ਜ਼ਿੰਮੇਵਾਰੀਆਂ ਚੱਲਦੀ ਰਹਿੰਦੀਆਂ, ਜਿਵੇਂ ਤੁਹਾਡਾ ਚੈਨਲ ਆ, ਤੁਸੀਂ ਕੈਮਰਾਮੈਨ ਨੂੰ ਕਹਿ ਦਿਓ ਅੱਜ ਵੀ ਨਹੀਂ ਹੁਣ ਤੂੰ ਭਾਈ ਡੈਸਕ 'ਤੇ ਆ ਜਾ, ਜਾਂ ਕਿਸੇ ਨੂੰ ਕਹਿ ਦਿਓ ਵੀ ਨਹੀਂ ਤੂੰ ਉਸ ਪਾਸੇ ਚੱਲ ਜਾ। ਸੋ ਇਹ ਪਾਰਟੀਆਂ ਦਾ ਵੀ ਐਂ ਸਿਸਟਮ ਹੁੰਦਾ। ਉਹ ਖੜੇ ਸਾਡੇ ਪਿੰਕਾ ਜੀ, ਉਹ ਪੁਰਾਣੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ, ਬਲਾਕ ਪ੍ਰਧਾਨ ਰਹੇ, ਹੋਰ ਇੱਥੇ ਸਾਥੀ ਸਾਡੇ ਯੂਥ ਬੱਗਾ ਜੀ ਪੁਰਾਣੇ ਬਲਾਕ ਪ੍ਰਧਾਨ ਰਹੇ ਆ, ਮਤਲਬ ਨੂਰਪੁਰ ਦੇ ਪ੍ਰਧਾਨ ਰਹੇ ਆ। ਫਿਰ ਬਾਅਦ ਵਿੱਚ ਅਗਲਾ ਆ ਜਾਂਦਾ, ਉਸ ਤੋਂ ਬਾਅਦ ਅਗਲਾ ਆ ਜਾਂਦਾ। ਡਾਕਟਰ ਅੱਛਰ ਸ਼ਰਮਾ ਕਿਹੜਾ ਪੱਕੇ ਰਹਿਣਗੇ, ਕੱਲ੍ਹ ਨੂੰ ਉਹਨਾਂ ਨੂੰ ਵੀ ਹਟਾਇਆ ਜਾ ਸਕਦਾ, ਉਹਨਾਂ ਨੂੰ ਵੀ ਅਗਲੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆ। ਸੋ ਜ਼ਿੰਮੇਵਾਰੀਆਂ ਮਿਲਦੀਆਂ ਰਹਿਣਗੀਆਂ ਔਰ ਫੈਸਲੇ ਹੁੰਦੇ ਰਹਿਣਗੇ। ਟਿਕਟਾਂ ਵੰਡ ਦਿੱਤੀਆਂ ਗਈਆਂ ਰੂਪਨਗਰ ਦੇ ਵਿੱਚ, ਜਿਹੜੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਦਿਨੇਸ਼ ਚੱਡਾ ਆ ਗਏ, ਉੱਧਰੋਂ ਆਪਣਾ ਚੀਮਾ ਸਾਹਿਬ ਆ ਗਏ ਆ, ਦਲਜੀਤ ਸਿੰਘ ਚੀਮਾ, ਅਤੇ ਕਾਂਗਰਸ ਨੇ ਐਲਾਨ ਨਹੀਂ ਕੀਤਾ। ਕੀ ਗੱਲ ਹੈ, ਮਤਲਬ ਕਿ ਕਿਸੇ ਤਰ੍ਹਾਂ ਦਾ ਡਰ ਹੈ, ਕਿਸੇ ਤਰ੍ਹਾਂ ਦੇ ਬਲਕਿ ਕੋਈ ਵੀ ਉਮੀਦਵਾਰ ਨਹੀਂ ਐਲਾਨ ਰਹੀ। ਕਹਿੰਦੇ ਧੜੇਬੰਦੀ ਬਹੁਤ ਕਾਂਗਰਸ ਦੇ ਵਿੱਚ ਹੋਈ ਵੀ ਹੈ, ਇਸ ਡਰ ਤੋਂ ਹੀ ਹਲੇ ਐਲਾਨ ਨਹੀਂ ਰਹੇ ਵੀ ਨੇੜੇ ਨੂੰ ਕਰਕੇ ਕਰਦੇ। ਦੇਖੋ, ਉਹੀ ਗੱਲ ਆ ਵੀ ਨੇੜੇ ਵਾਲੀ ਗੱਲ ਨਹੀਂ ਆ, ਕਿਉਂਕਿ ਪਾਰਟੀ ਦੀ ਸਰਕਾਰ ਆ, ਸਰਕਾਰ ਦੇ ਵਿੱਚ ਕੋਡ ਆਫ ਕੰਡਕਟ ਲੱਗਣਾ ਵਾ, ਉਹਦੇ ਪਹਿਲੋਂ ਕੰਮ ਹੋਣੇ ਆ। MLAਆਂ ਦੇ ਉੱਤੇ ਜ਼ਿੰਮੇਵਾਰੀ ਵੱਖਰੀ ਆ। ਸੋ ਪਾਰਟੀ ਨੇ ਇੰਟਰਨਲੀ ਆਪਣਾ ਫੈਸਲਾ ਕਰ ਚੁੱਕੀ ਆ, ਔਰ ਪਬਲਿਕਲੀ ਬਹੁਤ ਜਲਦ ਉਹ ਫੈਸਲਾ ਅਨਾਉਂਸ ਕਰ ਦੂਗੀ। ਤੁਸੀਂ ਮੰਨਦੇ ਹੋ ਜੀ, ਜੇ ਤੁਹਾਡੀ ਉਹ ਗੱਲ ਕਰੀਏ ਤਾਂ ਪਿਛਲੇ ਸਾਲ 2017 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ, ਤੁਹਾਡੀ ਅਨਾਉਂਸਮੈਂਟ ਲੇਟ ਹੋਈ ਸੀਗੀ, ਉਹ ਦੇਰੀ ਨੇ ਕਿਤੇ ਨਾ ਕਿਤੇ ਤੁਹਾਨੂੰ ਫਿਰ ਪਿੱਛੇ ਵੀ ਲੈ ਕੇ ਆਂਦਾ, ਮੰਨਦੇ ਹੋ? ਤੇ ਹੁਣ ਵੀ ਇਹ ਦੇਰੀ, ਜੇ ਦੇਰੀ ਹੁੰਦੀ ਹੈ, ਤੁਹਾਡਾ ਅਨਾਉਂਸਮੈਂਟ ਹੁੰਦੀ ਹੈ, ਤਾਂ ਤੁਹਾਨੂੰ ਫਿਰ ਖਮਿਆਜ਼ਾ ਭੁਗਤਣਾ ਪੈ ਸਕਦਾ। ਨਹੀਂ, ਦੇਖੋ ਅਸੀਂ ਤਾਂ ਤਿਆਰੀ ਕਰ ਰਹੇ। ਪਿਛਲੀ ਵਾਰ ਮੈਂ ਤਿਆਰੀ ਨਹੀਂ ਕੀਤੀ ਸੀ ਨਾ, ਪਿਛਲੀ ਵਾਰ ਅਸੀਂ ਕੋਈ ਲੋਕਾਂ ਨਾਲ ਉਦੋਂ ਤੱਕ ਸੰਪਰਕ ਨਹੀਂ ਕਰ ਪਾਏ ਸੀ। ਐਤਕੀ ਸਾਡੀ ਤਿਆਰੀ ਪੂਰੀ ਆ। ਅਸੀਂ ਤਾਂ ਆਪਣੇ ਆਪ ਨੂੰ ਮਤਲਬ ਇਸ ਤਰੀਕੇ ਨਾਲ ਮੰਨ ਕੇ ਚੱਲ ਰਹੇ ਹਾਂ ਵੀ ਅਸੀਂ ਉਮੀਦਵਾਰ ਹੈਗੇ ਹਾਂ, ਔਰ ਅਸੀਂ ਉਸ ਹਿਸਾਬ ਨਾਲ ਕੰਮ ਕਰ ਰਹੇ ਹਾਂ। ਅਸੀਂ ਮਤਲਬ ਵੀ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਮਿਲੀ ਹੋਈ, ਅਸੀਂ ਤਾਂ ਉਸ ਤਰੀਕੇ ਨਾਲ ਹੀ ਕੰਮ ਕਰ ਰਹੇ। ਪਿਛਲੀ ਵਾਰ ਅਸੀਂ ਕੰਮ ਨਹੀਂ ਕਰ ਪਾਏ ਉਸ ਤਰੀਕੇ ਨਾਲ, ਔਰ ਲੋਕਾਂ ਦੇ ਵਿੱਚ ਅਸੀਂ ਆਪ ਇਸ ਗੱਲ ਨੂੰ ਕਹਿ ਰਹੇ ਹਾਂ ਵੀ ਪਾਰਟੀ ਜਿਹੜੀ ਆ ਵੀ ਉਹਨੇ ਜਦੋਂ ਲਿਸਟ ਆਊਗੀ ਉਦੋਂ, ਔਰ ਜ਼ਿਆਦਾ ਸਮਾਂ ਨਹੀਂ ਆ, 4-5-6 ਦਿਨਾਂ ਦੇ ਅੰਦਰ ਅੰਦਰ ਸਾਰੀ ਜਿਹੜੀ ਸੂਚੀ ਆ ਉਹ ਜਾਰੀ ਹੋ ਜਾਣੀ ਚਾਹੀਦੀ ਆ। ਔਰ ਨਹੀਂ ਤਾਂ ਇੰਟਰਨਲ ਪਾਰਟੀ ਨੇ ਤਕਰੀਬਨ ਫੈਸਲਾ ਕਰਕੇ ਆਲਰੇਡੀ ਅਨਾਉਂਸ ਕਰ ਚੁੱਕੇ ਆ। ਤੁਸੀਂ ਕੀ ਕਹਿੰਦੇ ਹੋ ਵੀ ਤੁਸੀਂ ਆਪਣੇ ਆਪ ਨੂੰ ਉਮੀਦਵਾਰ ਮੰਨ ਰਹੇ ਹੋ, ਪਰ ਇੱਥੇ ਤਾਂ ਇੱਕ ਹੋਰ ਵੀ ਲੋਕ ਹੈਗੇ ਜਿਹੜਾ ਦਾਅਵਾ ਪੇਸ਼ ਕਰ ਰਹੇ ਬਈ ਉਹਨਾਂ ਦਾ ਕਹਿਣਾ ਵੀ ਉਮੀਦਵਾਰ ਅਸੀਂ ਆ, ਤੇ ਜੇਕਰ ਕੋਈ ਹੋਰ ਵਰਿੰਦਰ ਢਿੱਲੋਂ ਨੂੰ ਛੱਡ ਕੇ ਕਿਸੇ ਹੋਰ ਦਾ ਨਾਮ ਅਨਾਉਂਸ ਕੀਤਾ ਜਾਂਦਾ, ਸੁਖਵਿੰਦਰ ਸਿੰਘ ਵਿਸਕੀ ਨਾਂ ਦਾ ਵੀ ਬਹੁਤ ਚਰਚਾ ਦੇ ਵਿੱਚ ਹੈ, ਕਹਿ ਰਹੇ ਨੇ, ਤੇ ਤੁਸੀਂ ਫਿਰ ਸਮਰਥਨ ਕਰੋਗੇ ਜੀ? ਦੇਖੋ, ਮੈਂ ਤੁਹਾਨੂੰ ਫਿਰ ਕਲੀਅਰ ਕੱਟ ਕਹਿੰਦਾ, ਜਿਹਨੂੰ ਪਾਰਟੀ ਐਲਾਨੂਗੀ ਉਹਨੂੰ ਮੈਂ ਪੂਰੀ ਤਨਦੇਹੀ ਨਾਲ ਉਹਦੀ ਮਦਦ ਕਰਾਂਗੇ, ਚਾਹੇ ਉਹ ਵਿਸਕੀ ਹੋਵੇ ਜੀ, ਚਾਹੇ ਉਹ ਤੁਸੀਂ ਹੋ, ਚਾਹੇ ਉਹ ਵਿਸਕੀ ਹੋਵੇ, ਚਾਹੇ ਉਹ ਆਪਣਾ ਸਕੌਚ ਹੋਵੇ, ਚਾਹੇ ਕੋਈ ਵੀ ਹੋਵੇ। ਮੈਂ ਉਹਨਾਂ ਦੀ ਪੂਰੀ ਬਕਾਇਦਾ ਮਦਦ ਜਿਹੜੀ ਆ ਠੋਕ ਕੇ ਕਰਾਂਗੇ। ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ ਵੀ ਜਿਹੜੀ ਇਹ ਜੰਗ ਇੱਥੋਂ ਤੱਕ ਵਧ ਗਈ ਹੈ ਵੀ ਵਰਿੰਦਰ ਢਿੱਲੋਂ ਦਾ ਇੱਕ ਧੜਾ ਵਰਿੰਦਰ ਢਿੱਲੋਂ ਦਾ ਵਿਰੋਧ ਕਰਾਈ ਜਾਂਦਾ, ਤੇ ਵਰਿੰਦਰ ਢਿੱਲੋਂ ਵਾਲਾ ਧੜਾ ਉਹਨਾਂ ਦਾ ਵਿਰੋਧ ਕਰੀ ਜਾਂਦਾ, ਵੀ ਅੰਦਰ ਬਹੁਤ ਇਹੋ ਜਿਹੀ ਬਣੀ ਹੋਈ ਹੈ ਸਥਿਤੀ। ਚਲੋ, ਇਹਦੇ ਨਾਲ ਤੁਹਾਡਾ ਕੰਮ ਚੱਲੀ ਜਾਂਦਾ, ਤੁਸੀਂ ਬਣਾਈ ਚੱਲੋ ਇਹ ਕੰਮ ਨੂੰ। ਇਹ ਤਾਂ ਦੇਖੋ, ਇਹ ਵਿਰੋਧ ਘਰੇ ਵੀ ਹੁੰਦਾ, ਕਈ ਵਾਰ ਭਰਾ ਦੀ ਵਿਰੋਧ ਹੁੰਦਾ। ਵਿਰੋਧ ਹੋਣਾ ਕੋਈ ਮਾੜੀ ਗੱਲ ਨਹੀਂ ਆ, ਵਿਰੋਧ ਮੁੱਦਿਆਂ ਦੇ ਉੱਤੇ ਹੋਣਾ ਚਾਹੀਦਾ, ਔਰ ਵਿਰੋਧ ਇੱਕ ਏਜੰਡੇ ਤਹਿਤ ਹੋਵੇ, ਕੋਈ ਹਰਜ ਨਹੀਂ ਆ।
ਲੇਕਿਨ ਮੇਰਾ ਸਿਰਫ ਇਹੀ ਕਹਿਣ ਦਾ ਮਤਲਬ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਆ ਕਾਂਗਰਸ ਪਾਰਟੀ ਜਿੱਤੇ, ਔਰ ਕਾਂਗਰਸ ਪਾਰਟੀ ਆਪਣਾ ਜਿਹੜੀ ਕੋਸ਼ਿਸ਼ ਆ ਵੀ ਇਹੀ ਆ ਵੀ ਕਾਂਗਰਸ ਪਾਰਟੀ ਇਹ ਸੀਟ ਜਿਹੜੀ ਆ ਜਿੱਤ ਕੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, PCC ਪ੍ਰਧਾਨ ਨਵਜੋਤ ਸਿੰਘ ਸਿੱਧੂ ਔਰ ਸਾਡੇ ਲੀਡਰ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਵੇ। ਕੀ ਲੱਗਦਾ ਰੋਪੜ ਸੀਟ ਕਿਉਂਕਿ ਹੁਣ ਤੱਕ ਜੇ ਪਿੱਛੇ ਆਪਾਂ ਚੱਲ ਜਾਈਏ ਤਾਂ 5 ਟਰਮ ਤੋਂ ਨਹੀਂ ਕਾਂਗਰਸ ਦੀ ਝੋਲੀ ਦੇ ਵਿੱਚ ਜਿੱਤ ਪਈ, ਉਹਦਾ ਕਾਰਨ ਕੀ ਮੰਨਦੇ ਹੋ? ਜੇ ਰਿਕਾਰਡ ਟੁੱਟਣਗੇ ਤਾਂ ਕਿਵੇਂ ਟੁੱਟਣਗੇ? ਇਸ ਵਾਰ ਕਿਹੜੀਆਂ ਉਹ ਚੀਜ਼ਾਂ ਨੇ? ਕਿਉਂਕਿ ਤੁਹਾਡੇ ਸਰਪੰਚ ਵੀ ਜੀ ਧਰਨੇ ਤੇ ਬੈਠੇ ਨੇ, ਉਹ ਕਹਿੰਦੇ ਸਾਨੂੰ ਗਰੰਟਾਂ ਨਹੀਂ ਆਈਆਂ ਤੇ ਅਸੀਂ ਚੇਤਾਵਨੀ ਉਹਨਾਂ ਨੇ ਕੱਲ ਮੇਰੇ ਕੋਲ ਇੰਟਰਵਿਊ ਦੇ ਵਿੱਚ ਦਿੱਤੀ ਹੈ ਵੀ CM ਸਾਹਿਬ ਨੂੰ ਚੇਤਾਵਨੀ ਦਿੰਦੇ ਆ, ਆਪਣਾ ਕੈਂਡੀਡੇਟ ਖੜਾ ਕਰਕੇ ਜਿਤਾ ਕੇ ਦਿਖਾਵਾਂਗੇ। ਦੇਖੋ ਮੈਂ ਤੁਹਾਨੂੰ ਫਿਰ ਉਹੀ ਕਹਿੰਦਾ, 1 ਜਾਂ 2 ਦਿਨਾਂ 'ਚ ਮੁੱਦਾ ਖਤਮ ਹੋ ਜਾਊਗਾ। ਇਹ ਮੁੱਦਾ ਉਛਲਿਆ ਕਿਉਂ ਹੈ ਜੀ? 4.5 ਸਾਲ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਜੀ, ਉਹ ਕਹਿੰਦੇ। ਫਿਰ ਚੰਨੀ ਸਾਹਿਬ ਕਹਿੰਦੇ ਵੀ ਹੁਣ ਧਰਨੇ ਨਹੀਂ ਲੱਗਣਗੇ, ਪਰ ਧਰਨੇ ਕੱਚੇ ਅਧਿਆਪਕਾਂ ਦੇ ਵੀ ਦਿਖੇ ਜਾਂਦੇ ਆ ਜੀ, ਸਰਪੰਚਾਂ ਦੇ ਵੀ ਦਿਖ ਰਹੇ ਨੇ, ਬਹੁਤ ਧਰਨੇ ਦਿਖ ਰਹੇ ਨੇ। ਉਹਦਾ ਕਾਰਨ ਕੀ ਹੈ? ਵਿਵਸਥਾ, ਸਿਸਟਮ ਔਰ ਫਾਈਨੈਂਸਿਸ ਦੀ ਕਮੀ। ਧਰਨਾ ਇੱਕ ਫਾਈਨੈਂਸ਼ੀਅਲ ਲੋਕਾਂ ਦੀ ਡਿਮਾਂਡ ਆ, ਉਹਦੇ ਤਹਿਤ ਹੋ ਰਿਹਾ। ਸਰਕਾਰ ਕੋਲ ਉਹ ਫਾਈਨੈਂਸਿਸ ਨਹੀਂ ਹੈਗੇ, ਨਹੀਂ ਤਾਂ ਸਰਕਾਰ ਦਾ ਦਿਲ ਕਰਦਾ, ਜਿਵੇਂ ਬਾਰ-ਬਾਰ ਇਹ ਗੱਲ ਕਰਦੇ ਵੀ 1000 ਕਰੋੜ ਤੋਂ 3000 ਕਰੋੜ ਰੁਪਏ ਅਗਰ ਸਰਕਾਰ ਕੋਲ ਸਰਪਲਸ ਹੋਵੇ ਤੇ ਮੁੱਦਾ ਰੈਵਨਿਊ ਵੱਧ ਜੇ ਹਰ ਸਾਲ ਦਾ, ਤੇ ਸਰਕਾਰ ਇਹ ਮੁੱਦਿਆਂ ਨੂੰ ਹੱਲ ਕਰ ਸਕੂਗੀ। ਸੋ ਮੁੱਦਾ ਜਿਹੜਾ ਵਾ ਉਹ ਫਾਈਨੈਂਸ਼ੀਅਲ ਇਸ਼ੂਜ਼ ਦੇ ਉਹਨੂੰ ਲੈ ਕੇ ਆ, ਔਰ ਇਸ ਕਰਕੇ ਇਹ ਜਿਹੜਾ ਮਸਲਾ ਵਾ ਇਹ ਤਾਂ ਹੀ ਉੱਠ ਰਿਹਾ ਵਾ ਕਿਉਂਕਿ ਸਰਕਾਰ ਦੇ ਇਸ ਸਰਕਾਰ ਨੂੰ, ਕਿਉਂਕਿ ਪੰਜਾਬ ਬੜੇ ਲੰਬੇ ਸਮੇਂ ਤੋਂ ਇੱਕ ਫਾਈਨੈਂਸ਼ੀਅਲ ਬਰਡਨ ਦੇ ਤਹਿਤ ਨਿਕਲ ਰਿਹਾ ਵਾ। ਸੋ ਜਿਵੇਂ ਜਿਵੇਂ ਫਾਈਨੈਂਸ਼ੀਅਲ ਬਰਡਨ ਘਟੂਗਾ ਉਵੇਂ ਮੁੱਦੇ ਖਤਮ ਹੋ ਜਾਣਗੇ। ਸੋ ਅੱਜ ਉਹ ਡੈਟ ਬਹੁਤ ਹੋ ਚੁੱਕਾ, 4 ਲੱਖ ਕਰੋੜ ਦੇ ਆਸ-ਪਾਸ ਕਰਜ਼ਾ ਹੋ ਚੁੱਕਾ ਵਾ। ਇੰਟਰਸਟ ਇੰਨਾ ਪੈਂਦਾ ਵਾ ਵੀ ਨਾ ਚਾਹੁੰਦੇ ਹੋਏ ਵੀ ਇੰਨੇ ਸਟੈਪ ਚੱਕਣ ਤੋਂ ਬਾਅਦ ਵੀ ਅਸੀਂ ਉਹ ਚੀਜ਼ ਨੂੰ ਪੂਰਾ ਨਹੀਂ ਕਰ ਪਾਉਂਦੇ। ਸੋ ਇਹ ਮੁੱਦੇ ਢਿੱਲੋਂ ਸਾਹਿਬ, ਲੋਕ ਤਾਂ ਇਹ ਕਹਿ ਰਹੇ ਨੇ ਵੀ ਜਦੋਂ ਮੁੱਦੇ ਫਾਈਨੈਂਸ਼ੀਅਲ ਪ੍ਰੋਬਲਮ ਦੇ ਕਰਕੇ ਅਜੇ ਪਏ ਨੇ ਉਸੇ ਤਰ੍ਹਾਂ, ਫਿਰ ਕੈਪਟਨ ਸਾਹਿਬ ਨੂੰ ਲਾਇਆ ਹੀ ਕਿਉਂ ਸੀ? ਜਦੋਂ ਚੰਨੀ ਸਾਹਿਬ ਵੀ ਆ ਕੇ ਕਹਿੰਦੇ ਆ ਵੀ ਮੈਂ ਹੁਣ ਕੋਈ ਧਰਨਾ ਨਹੀਂ ਲੱਗਣ ਦੇਣਾ, ਤੇ ਧਰਨੇ ਤਾਂ ਉਸੇ ਤਰ੍ਹਾਂ ਜਾਰੀ ਆ। ਉਹ ਕਹਿੰਦੇ ਕੈਪਟਨ ਤੇ ਚੰਨੀ 'ਚ ਕੋਈ ਬਹੁਤਾ ਫਰਕ ਤਾਂ ਹੈ ਨਹੀਂ ਜੀ। ਫਿਰ ਦੇਖੋ ਇਹ ਕੁਛ ਲੋਕ ਕਹਿ ਰਹੇ ਆ ਬਹੁਤ ਫਰਕ ਆ। ਕੈਪਟਨ ਸਾਹਿਬ ਦਾ ਇੱਕ ਆਪਣਾ ਸਟੈਂਡ ਸੀਗਾ, ਚੰਨੀ ਸਾਹਿਬ ਦਾ ਇੱਕ ਆਪਣਾ ਸਟੈਂਡ ਆ। ਚੰਨੀ ਸਾਹਿਬ ਨੂੰ 3 ਮਹੀਨੇ ਮਿਲੇ ਆ, ਉਹ 3 ਮਹੀਨੇ 'ਚ ਬਿਜਲੀ ਦੇ ਦਰ ਘਟੇ। ਤੁਸੀਂ ਵੇਖੋ ਅੱਜ ਬਿਜਲੀ ਸਸਤੀ ਹੋਈ, ਤੇਲ ਸਸਤਾ ਹੋਇਆ। ਕੱਚੇ ਅਧਿਆਪਕਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕੱਚੇ ਅਧਿਆਪਕਾਂ ਦਾ ਮੁੱਦਾ ਕੀ ਹੈਗਾ ਥਲੀ ਸਾਹਿਬ? ਉਹਦੇ ਅੰਦਰ ਹਾਈ ਕੋਰਟ ਦੇ ਵਿੱਚ 1-2 ਹੀ ਸੇਮ ਪੋਸਟਾਂ ਵਾਸਤੇ 2 ਹੀ ਪਾਰਟੀਆਂ ਗਈਆਂ ਹੋਈਆਂ, ਔਰ ਉਹਦੇ ਕਰਕੇ ਉਹ ਫੈਸਲਾ ਜਿਹੜਾ ਵਾ ਉਹ ਨੇਪਰੇ ਨਹੀਂ ਚੜ ਰਿਹਾ। ਸਰਕਾਰ ਦੀ ਮਨਸ਼ਾ ਵਾ ਵੀ ਜਿੰਨੀਆਂ ਕੱਚੀਆਂ, ਹੁਣ ਆ ਪਿੱਛੇ ਜੇ ਸਾਡੀ ਕਮੇਟੀ ਨੇ ਜਿੰਨੇ ਕੱਚੇ ਮੁਲਾਜ਼ਮ ਸੀ 114 ਉਹ ਪੱਕੇ ਕਰਤੇ। ਸੋ ਜਦੋਂ ਮੁੱਦਾ ਕੋਈ ਪੂਰਾ ਹੋ ਜਾਂਦਾ ਕਈ ਵਾਰ ਉਹ ਨਹੀਂ ਸਾਹਮਣੇ ਆਉਂਦਾ, ਕਮੀਆਂ ਹੈਗੀਆਂ। ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ, ਇਹੋ ਹੀ ਹੋਇਆ ਪਿੰਕਾ ਜੀ ਪਿੱਛੇ ਜੇ 114 ਤੁਸੀਂ ਸ਼ਰਮਾ ਜੀ ਕਮੇਟੀ ਦੇ ਮੈਂਬਰ ਸੀਗੇ, ਇਹਨਾਂ ਨੇ ਆਪਣਾ ਪ੍ਰਧਾਨ ਜੀ ਹੋਣਗੇ, ਤੁਸੀਂ ਪੁੱਛੋ 114 ਕੱਚੇ ਮੁਲਾਜ਼ਮ ਕਿੰਨੇ ਸਾਲਾਂ ਤੋਂ ਸੀਗੇ, ਆਊਟਸੋਰਸਿੰਗ ਤੋਂ ਠੇਕੇਦਾਰੀ ਤੇ ਲੈ ਆਂਦੇ। ਸੋ ਇਹ ਸਾਰਿਆਂ ਨੂੰ ਬੈਨੀਫਿਟ ਮਿਲ ਗਿਆ। ਇਹ ਆਲਰੇਡੀ ਮੈਂ ਤੁਹਾਨੂੰ ਰੋਪੜ ਦੀ ਮੌਜੂਦਾ ਹਾਲਾਤਾਂ ਦੀ ਗੱਲ ਦੱਸ ਰਿਹਾ। ਹੀ ਥਰਮਲ ਪਲਾਂਟ ਦਾ ਇੱਕ ਮੁੱਦਾ ਆ ਰਿਹਾ ਬਾਰ-ਬਾਰ, ਉੱਥੇ ਵੀ ਆਹੀ ਮੁੱਦਾ ਵਾ। ਉਹਦੇ ਵਿੱਚ ਕੋਈ ਇਨਕਲੂਡ ਹੋਣਾ ਚਾਹੁੰਦਾ, ਕੋਈ ਐਕਸਕਲੂਡ ਹੋਣਾ, ਮਤਲਬ ਕੋਈ ਇਨਕਲੂਡ ਹੋਣਾ ਚਾਹੁੰਦਾ ਔਰ ਕਿਸੇ ਨੂੰ ਐਕਸਕਲੂਡ ਕੀਤਾ ਗਿਆ ਵਾ। ਸੋ ਇਹ ਚੀਜ਼ਾਂ ਪ੍ਰੋਸੈਸ ਦੇ ਵਿੱਚ ਚੱਲਦੀਆਂ। ਔਰ ਥਲੀ ਸਾਹਿਬ ਇਹ ਚੀਜ਼ਾਂ ਮਤਲਬ ਓਵਰਨਾਈਟ ਕੋਈ ਸਰਕਾਰਾਂ ਬਦਲਣ ਨਾਲ ਜਾਂ ਸਰਕਾਰਾਂ ਦੇ ਟਾਈਮ ਦੇ ਨਾਲ ਜਾਂ ਉਹਦੇ ਨਾਲ ਰਿਲੇਟਡ ਨਹੀਂ ਹੁੰਦੀਆਂ। ਬਿਆਨ ਕਿਉਂ ਦਿੱਤੇ ਜਾਂਦੇ ਆ ਜਦੋਂ ਸਰਕਾਰ ਬਦਲਾਈ ਹੈ? ਜਦੋਂ ਚੰਨੀ ਦੀ ਸਰਕਾਰ, ਤਾਂ ਪੱਤਰਕਾਰਾਂ ਨੇ, ਅਸੀਂ ਸਾਰੇ ਮੀਡੀਆ ਨੇ ਸਵਾਲ ਕੀਤਾ ਵੀ ਬਹੁਤ ਨੇ 3 ਮਹੀਨੇ 4 ਮਹੀਨੇ ਤੁਹਾਡੇ ਕੋਲ, ਉਹ ਕਹਿੰਦੇ ਸਾਡੇ ਲਈ ਤਾਂ 10 ਦਿਨ ਵੀ ਬਹੁਤ ਹੈ। ਫਿਰ ਅਜਿਹੇ ਬਿਆਨ ਕਿਉਂ ਹੁੰਦੇ ਆ ਜੀ? ਗਲਤ ਕੀ ਉਹਦੇ ਅੰਦਰ? 10 ਦਿਨ ਵੀ ਬਹੁਤ ਆ। 10 ਦਿਨਾਂ 'ਚ 24 ਘੰਟਿਆਂ 'ਚ ਆਪਣਾ ਕੀ ਕਹਿੰਦੇ, ਹੁਣ ਇੱਕ ਫਾਈਲ ਪੜ੍ਹਨ 'ਚ ਔਰ ਇੱਕ ਫਾਈਲ ਕੱਢਣ 'ਚ ਇਹ ਤਾਂ ਨਹੀਂ ਸਾਈਮਲਟੇਨੀਅਸਲੀ ਚੰਨੀ ਸਾਹਿਬ ਦੇ ਆਪਣਾ ਕਹਿੰਦੇ 12 ਹੱਥ ਆ ਜਾਂ 12 ਪੈਰ ਆ ਤੇ ਉਹ ਸਾਰਾ ਕੁਝ। ਔਰ ਮਤਲਬ ਚੰਨੀ ਸਾਹਿਬ ਤਾਂ ਇੱਕ ਹੀ ਆ ਨਾ, ਅਫਸਰਸ਼ਾਹੀ ਵੀ ਇੱਕ ਅਫਸਰ ਇੱਕ ਪੋਸਟ 'ਤੇ ਆ। ਹੁਣ ਇੱਕ ਟਾਈਮ ਦੇ ਨਾਲ ਜਿਹੜੀ ਪ੍ਰਾਇੋਰਟੀਜ਼ ਦੇ ਵਿੱਚ ਫਾਈਲਾਂ ਕੱਢਣੀਆਂ ਉਹ ਕੱਢੀ ਜਾ ਰਹੇ ਆ। ਹੁਣ ਉਹਦੇ ਵਿੱਚ ਸਮਾਂ ਘੱਟ ਆ, ਸਮਾਂ ਦੁਬਾਰਾ ਦੇ ਦੇਣਗੇ ਲੋਕਾਂ ਨੂੰ। ਅਗਰ ਵਿਸ਼ਵਾਸ ਹੋਊਗਾ ਵੀ 2.5 ਮਹੀਨਿਆਂ 3 ਮਹੀਨਿਆਂ 'ਚ ਇਹਨਾਂ ਦੀ ਮਨਸ਼ਾ ਜਿਹੜੀ ਸੀ ਉਹ ਪੰਜਾਬ ਪ੍ਰਤੀ ਸਹੀ ਸੀ, ਤੇ ਲੋਕ ਉਸ ਚੀਜ਼ ਨੂੰ ਦੁਬਾਰਾ ਮੋਹਰ ਲਾ ਦੇਣਗੇ। ਔਰ ਅਗਰ ਉਹਨਾਂ ਨੂੰ ਲੱਗੂਗਾ ਵੀ ਨਹੀਂ ਕੋਈ ਫਰਕ ਨਹੀਂ ਆ, ਤੇ ਫਿਰ ਲੋਕ ਉਸ ਹਿਸਾਬ ਨਾਲ ਫੈਸਲਾ ਕਰਨਗੇ। ਸੋ ਲੋਕਾਂ ਦੇ ਫੈਸਲਾ ਦਾ ਤੁਸੀਂ ਵੇਟ ਕਰੋ, ਲੋਕੀ ਇਸ ਚੀਜ਼ 'ਤੇ ਮੋਹਰ ਲਾਉਣਗੇ। ਔਰ ਲੋਕੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝਦੇ ਵੀ ਆ। ਠੀਕ ਆ, ਲੋਕਾਂ 'ਚ ਕਈ ਵਾਰ ਰੋਸ ਜ਼ਰੂਰ ਹੁੰਦਾ। ਕਈ ਵਾਰ ਕਿਸੇ ਨੇ ਧਰਨਾ ਲਾਇਆ ਹੁੰਦਾ, ਉਹਨੂੰ ਪਤਾ ਵੀ ਮੇਰੀ ਮਜਬੂਰੀ ਆ ਵੀ ਮੈਂ ਧਰਨਾ ਲਾਇਆ। ਧਰਨਾ ਲਾਉਣ ਦਾ ਇਹ ਮਕਸਦ ਨਹੀਂ ਹੁੰਦਾ।
ਉਹ ਇੱਕ ਰੋਸ਼ ਪ੍ਰਗਟ ਕਰ ਰਿਹਾ ਵੀ ਨਹੀਂ ਭਾਈ ਇਹ ਕੰਮ ਨਹੀਂ ਹੋਇਆ। ਸੋ ਇਸ ਕਰਕੇ ਉਹ ਜਿਹੜਾ ਰੋਸ਼ ਆ ਉਹਦੀ ਵੀ ਸਤਿਕਾਰ ਆ, ਔਰ ਉਹ ਮਸਲੇ ਦਾ ਹੱਲ ਜਿਹੜਾ ਹੋਵੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਮਸਲੇ ਨੂੰ ਹੱਲ ਕਰ ਸਕੀਏ। ਤੁਸੀਂ ਕਹਿੰਦੇ ਵੀ ਸਰਪੰਚਾਂ ਦਾ ਮਸਲਾ ਰੋਪੜ ਦੇ ਵਿੱਚ 1-2 ਦਿਨਾਂ ਦੇ ਵਿੱਚ ਹੱਲ ਹੋਣ ਵਾਲਾ, ਪਰ ਸਰਪੰਚ ਇਹ ਕਹਿੰਦੇ ਨੇ, ਉਹ ਕਹਿੰਦੇ ਧੜੇਬੰਦੀ ਹੈ ਇੱਥੇ। ਬਰਿੰਦਰ ਢਿੱਲੋਂ ਦੀ ਟਿਕਟ ਤੋਂ ਬਾਅਦ ਜੇ ਬਰਿੰਦਰ ਢਿੱਲੋਂ ਦਾ ਨਾਮ ਅਨਾਉਂਸ ਹੋ ਗਿਆ ਫਿਰ ਤਾਂ ਕਹਿੰਦੇ ਸਾਨੂੰ ਗਰੰਟਾਂ ਨਹੀਂ ਮਿਲਦੀਆਂ, ਜੇ ਨਾ ਅਨਾਉਂਸ ਹੋਇਆ ਤੇ ਫਿਰ ਸ਼ਾਇਦ ਮਿਲ ਜੇ, ਕਿਉਂਕਿ ਬਰਿੰਦਰ ਢਿੱਲੋਂ ਨੂੰ ਹਰਾਉਣ ਦੇ ਲਈ ਇੱਕ ਧਿਰ ਹੈਗੀ ਆ ਵੀ ਜਿਹੜੀ ਅਕਾਲੀ। ਕੱਲ੍ਹ ਸਰਪੰਚਾਂ ਨੇ ਇਹ ਗੱਲ ਦੱਸੀ ਆ ਜੀ, ਇਹ ਮੰਨਦੇ ਹੋ ਤੁਸੀਂ? ਤੇ ਤੁਸੀਂ 1-2 ਦਿਨ ਦੇ ਵਿੱਚ ਫਿਰ ਹੱਲ ਕਿਵੇਂ ਕਰੋਗੇ? ਉਹ ਤਾਂ ਇਹ ਮੰਨਦੇ ਆ। ਗ੍ਰਾਂਟ ਆਲਰੇਡੀ 15 ਕਰੋੜ ਰੁਪਇਆ ਜਿਹੜਾ ਵਾ ਉਹ ਗ੍ਰਾਂਟ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈਗੀ, ਉਹ ਲੋਕਾਂ ਦਾ ਪੈਸਾ ਵਾ, ਲੋਕਾਂ ਤੱਕ ਪਹੁੰਚਾਇਆ ਜਾ ਰਿਹਾ। ਮੈਂ ਤੁਹਾਨੂੰ ਫਿਰ ਵਿਸ਼ਵਾਸ ਦਿਵਾ ਦਿੰਦਾ ਵੀ 15 ਕਰੋੜ ਰੁਪਇਆ ਜਿਹੜਾ ਵਾ ਉਹ ਸਰਕਾਰ ਵੱਲੋਂ ਆਲਰੇਡੀ ਅਨਾਉਂਸ ਕਰ ਦਿੱਤਾ ਗਿਆ ਗ੍ਰਾਂਟ ਦੇ ਤੌਰ ਦੇ ਉੱਤੇ। ਪੰਜਾਬ ਨਿਰਮਾਣ ਦੇ ਪੈਸੇ ਆ, ਉਹਦੇ ਵਿੱਚ 9.5 ਕਰੋੜ ਰੁਪਇਆ ਨੂਰਪੁਰ ਬੇਦੀ ਬਲਾਕ ਦਾ ਔਰ 6 ਕਰੋੜ ਰੁਪਇਆ ਰੋਪੜ ਬਲਾਕ ਦਾ। ਇਹ ਆਲਰੇਡੀ ਫਿੱਟ ਹੋ ਕੇ ਇਹਨੂੰ ਡਿਸਟਰੀਬਿਊਟ ਕਰ ਦਿੱਤਾ ਗਿਆ ਵਾ, ਲਿਸਟਾਂ ਬਣ ਚੁੱਕੀਆਂ ਵਾ। 9.5 ਕਰੋੜ ਰੁਪਇਆ ਨੂਰਪੁਰ ਬੇਦੀ ਬਲਾਕ ਦਾ ਔਰ 6 ਕਰੋੜ ਰੁਪਇਆ ਰੋਪੜ ਬਲਾਕ ਦਾ ਇਹ ਦੇ ਦਿੱਤਾ ਜਾਊਗਾ, ਔਰ ਉਹਨੂੰ ਹਰ ਸਰਪੰਚਾਂ ਦੇ ਵਿੱਚ ਬਕਾਇਦਾ ਬਖੂਬੀ ਵੰਡਿਆ ਜਾਊਗਾ। ਔਰ ਹੋਰ ਵੀ ਪੈਸੇ ਆ, ਹੋਰ ਵੀ ਲੋਕਾਂ ਦੇ ਪੈਸੇ ਆ ਜਿਹੜੇ ਲੋਕਾਂ ਤੱਕ ਪਹੁੰਚ ਜਾਣਗੇ। ਔਰ ਇਸ ਤੋਂ ਪਹਿਲਾਂ ਵੀ 14ਵੇਂ ਵਿੱਤ ਕਮਿਸ਼ਨ ਦੇ ਪੈਸੇ, 15ਵੇਂ ਵਿੱਤ ਕਮਿਸ਼ਨ ਦੇ ਪੈਸੇ ਲੱਖਾਂ ਦੇ ਵਿੱਚ ਸਰਪੰਚਾਂ ਕੋਲ ਪਹੁੰਚੇ ਆ। ਔਰ ਉਸ ਤੋਂ ਪਹਿਲਾਂ ਬਲਾਕ ਸੰਮਤੀਆਂ ਦੇ ਪੈਸੇ, ਜ਼ਿਲ੍ਹਾ ਪਰਿਸ਼ਦ ਦੇ ਪੈਸੇ, ਇਹ ਵੀ ਜਿਹੜੇ ਪੈਸੇ ਆ ਉਹ ਕਿਤੇ ਨਾ ਕਿਤੇ ਥੋੜ੍ਹੇ ਬਹੁਤ ਉਹ ਵੀ ਪਹੁੰਚੇ ਆ। ਬਹੁਤ ਜਲਦੀ ਅਸੀਂ ਜਿੰਨੇ ਯੂਥ ਕਲੱਬ ਆ, ਮਹਿਲਾ ਮੰਡਲ ਆ, ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਆ, ਉਹਨਾਂ ਨੂੰ ਅਸੀਂ ਤਕਰੀਬਨ 60 ਤੋਂ 65 ਲੱਖ ਰੁਪਇਆ ਉਹਨਾਂ ਨੂੰ ਦੇਵਾਂਗੇ। ਉਸ ਤੋਂ ਬਾਅਦ 50 ਲੱਖ ਰੁਪਇਆ ਮਨੀਸ਼ ਤਿਵਾੜੀ ਜੀ ਵੱਲੋਂ ਜਿਹੜਾ ਇਹ ਗ੍ਰਾਂਟ ਦਾ ਪੈਸਾ ਵਾ ਉਹ ਬਕਾਇਦਾ 2 ਪਾਰਕਾਂ ਵਿੱਚ ਔਰ ਉਹਦੇ ਵਿੱਚ ਅਸੀਂ ਉਹ ਵੀ ਦੇਵਾਂਗੇ। ਬਹੁਤ ਸਾਰੇ ਜਿਹੜੇ ਯੂਥ ਨੇ, ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਬਹੁਤ ਸਾਰੇ ਨੌਜਵਾਨ ਜਿਹੜੇ ਟਰੱਕ ਡਰਾਈਵਰ ਵੀਰ ਨੇ ਉਹ ਸਾਨੂੰ ਫੋਨ ਕਰਦੇ ਨੇ। ਇੱਕ ਵੀਰ ਨੇ ਮੈਨੂੰ ਇਹ ਕਿਹਾ, ਕਹਿੰਦਾ ਜੀ ਵੀ ਰਾਜਾ ਵੜਿੰਗ ਸਾਹਿਬ ਨੂੰ ਟਰਾਂਸਪੋਰਟ ਮੰਤਰੀ ਨਹੀਂ ਹੋਣਾ ਚਾਹੀਦਾ, ਮਤਲਬ ਕਿ ਬੱਸ ਮੰਤਰੀ ਹੋਣਾ ਚਾਹੀਦਾ, ਵੀ ਇਸ ਤਰ੍ਹਾਂ ਦੇ ਮੰਤਰੀ ਅਲੱਗ-ਅਲੱਗ ਹੋਣੇ ਚਾਹੀਦੇ, ਟਰੱਕਾਂ ਦਾ ਮੰਤਰੀ ਅਲੱਗ। ਉਹ ਕਹਿੰਦੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਪੀਆਰਟੀਸੀ ਜਾਂ ਬਾਦਲਾਂ ਦੀਆਂ ਬੱਸਾਂ ਹੋਈ ਜਾ ਰਹੀਆਂ। ਤੇ ਮੁਕਤਸਰ ਦੇ ਵਿੱਚ ਉਹ ਕਹਿੰਦੇ ਸਾਡੀ ਟ੍ਰੇਨਿੰਗ ਲੱਗਦੀ ਹੈ ਜਦੋਂ ਸਾਡਾ ਹੈਵੀ ਲਾਇਸੈਂਸ ਮਤਲਬ ਕਿ ਐਕਸਪਾਇਰ ਹੋ ਜਾਂਦਾ, ਤੇ ਉਹ 35,000 ਤੱਕ ਚਲੀ ਗਈ ਹੈ ਜੀ। ਕਿਊ ਦੇ ਵਿੱਚ ਬੰਦੇ ਮਤਲਬ ਕਿ ਉਹ 1 ਸਾਲ ਬਾਅਦ ਆਉਂਦਾ ਜੀ ਨੰਬਰ। ਉਹ ਕਹਿੰਦੇ 1 ਸਾਲ ਤੋਂ ਅਸੀਂ ਵਿਹਲੇ ਬੈਠੇ ਰਹੀਏ। ਇਹ ਮੈਂ ਵੀ ਇਸ ਮੰਗ ਨਾਲ ਉਹਨਾਂ ਦੀ ਸਹਿਮਤ ਆ। ਰਾਜਾ ਵੜਿੰਗ ਜੀ ਪਰਸੋਂ ਜਾਂ ਚੌਥ ਜਿੱਦਣ ਆਉਣਗੇ ਉਦੋਂ ਉਹਨਾਂ ਤੋਂ ਮੁਕਤਸਰ ਦੀ ਜਗ੍ਹਾ ਉਹਨੂੰ ਕਵਾਂਗੇ ਵੀ ਸਾਨੂੰ ਇੱਕ ਸੈਂਟਰ ਇੱਥੇ ਦੇ ਦਿੱਤਾ ਜਾਵੇ ਔਰ ਸਾਡੀ ਇਹ ਮੰਗ ਦਾ ਹੱਲ ਕਰ ਦਿੱਤਾ ਜਾਵੇ, ਕਿਉਂਕਿ 3 ਦਿਨ ਦਾ ਪ੍ਰੋਸੈਸ ਉੱਥੇ ਲੱਗ ਜਾਂਦਾ। ਜਦੋਂ ਵਾਰੀ ਵੀ ਆਉਂਦੀ ਆ, ਬੰਦਾ ਜਾਂਦਾ ਵਾ, 1 ਦਿਨ ਰੁਕਦਾ ਵਾ, ਅਗਲੇ ਦਿਨ ਉਹਦਾ ਉਹ ਹੁੰਦਾ ਵਾ, ਉਸ ਤੋਂ ਬਾਅਦ 3 ਜਾਂ 4 ਦਿਨ ਦਾ ਪ੍ਰੋਸੈਸ ਬਣ ਜਾਂਦਾ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਉਹ ਸੈਂਟਰ ਇੱਥੇ ਹੋਵੇ ਤਾਂ ਕਿ ਇਸ ਚੀਜ਼ ਨੂੰ ਅਸੀਂ ਸਿਰੇ ਚੜ੍ਹਾ ਸਕੀਏ। ਰਾਜਾ ਵੜਿੰਗ ਜੀ ਦੇ ਨੋਟਿਸ ਜਿਹੜੀਆਂ ਵੀ ਗੱਲਾਂ ਆਉਂਦੀਆਂ, ਬੱਸਾਂ ਤੁਸੀਂ ਲੋਕ ਹੀ ਹਾਈਲਾਈਟ ਕਰਦੇ ਹੋ, ਬਾਕੀ ਵੀ ਹੋਰ ਉਹ ਬਹੁਤ ਕੰਮ ਕਰਦੇ ਰਹਿੰਦੇ ਆ, ਜਿਵੇਂ ਰੋਡ ਸੇਫਟੀ ਦੇ ਉਹ ਆਪ ਹੀ ਜਾਂਦੇ ਨੇ ਬੱਸਾਂ ਦੇ ਕੋਲ, ਫਿਰ ਜਿੱਥੇ ਹੋਰ ਜਾਂਦੇ ਉੱਥੇ ਵੀ ਵੀਡੀਓ ਬਣਾ ਲੈਣ। ਸਾਨੂੰ ਤਾਂ ਉੱਥੋਂ ਹੀ ਆਉਂਦੀ ਹੈ। ਕਈ ਚੀਜ਼ਾਂ 'ਚ ਵੀਡੀਓ ਬਣ ਨਹੀਂ ਸਕਦੀ, ਜਿਵੇਂ ਰੋਡ ਸੇਫਟੀ ਦਾ ਪ੍ਰੋਗਰਾਮ ਸੀ ਜਿਹਦੇ ਵਿੱਚ ਉਹਨਾਂ ਨੇ ਬਤੌਰ ਟਰਾਂਸਪੋਰਟ ਮੰਤਰੀ ਰੋਪੜ ਦੇ ਵਿੱਚ ਵੀ ਅਸੀਂ ਉਹ ਰੋਡ ਸੇਫਟੀ ਕੈਂਪ ਲਾਇਆ ਸੀ, ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਸੀ। ਇਹ ਵੀ ਇੱਕ ਬੜਾ ਸੋਸ਼ਲ ਜਿਹਾ ਕੰਮ ਆ। ਇਹ ਤਾਂ ਚੱਲਦੇ ਰਹੇ ਜੀ, ਪਿੱਛੇ ਵੀ ਕੈਪਟਨ ਸਾਹਿਬ ਦੇ ਵੇਲੇ ਵੀ ਚੱਲਦੇ ਰਹੇ। ਕਹਿ ਰਿਹਾ ਫਿਰ ਇਹ ਕੰਮ ਵੀ ਚੱਲਦੇ ਰਹਿੰਦੇ ਔਂ ਜਿਵੇਂ ਟਰਾਂਸਪੋਰਟ ਦੀ ਵੱਡਾ ਮੁੱਦਾ ਜੀ 35,000 ਦੀ ਲਿਸਟ। ਸਹਿਮਤ ਹਾਂ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਜਿਸ ਦਿਨ ਰਾਜਾ ਵੜਿੰਗ ਜੀ ਆਉਣਗੇ ਮੁੱਦਾ ਉਹਨਾਂ ਦੇ ਅੱਗੇ ਰੱਖਾਂਗੇ ਵੀ, ਔਰ ਇਸ ਮੁੱਦੇ ਨੂੰ ਦਾ ਹੱਲ ਵੀ ਉਹਨਾਂ ਤੋਂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਹੁਣ ਕਿਵੇਂ ਵੇਖਦੇ ਹੋ ਰੂਪਨਗਰ ਦੀ ਸਥਿਤੀ ਨੂੰ, ਕਿਵੇਂ ਵੇਖਦੇ ਹੋ? ਕਿਉਂਕਿ ਮੁਕਾਬਲੇ ਦੇ ਵਿੱਚ ਦਿਨੇਸ਼ ਚੱਡਾ ਤੇ ਡਾਕਟਰ ਦਲਜੀਤ ਚੀਮਾ ਸਾਹਿਬ ਵੀ ਆ। ਚੀਮਾ ਸਾਹਿਬ ਨੇ ਵੀ ਕਹਿੰਦੇ ਬਹੁਤ ਜ਼ਿਆਦਾ ਮਤਲਬ ਕਿ ਲੋਕਾਂ ਦੇ ਵਿੱਚ ਵਿਚਰੇ ਨੇ। ਨੂਰਪੁਰ ਬੇਦੀ ਏਰੀਆ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਵੀ ਇਸ ਵਾਰ ਪਹਿਲੇ ਨੰਬਰ ਤੇ ਆਵਾਂਗੇ। ਚਲੋ ਸਭ ਦੇ ਹੀ ਦਾਅਵੇ ਆ, ਹਰੇਕ ਦਾ ਦਾਅਵਾ ਜੋ ਹੁੰਦਾ ਵਾ, ਪਿਛਲੀ ਵਾਰ ਵੀ ਦਾਅਵੇ ਸੀਗੇ, ਇਸ ਵਾਰ ਵੀ ਦਾਅਵੇ ਹੋਣਗੇ, ਅੱਗੇ ਵੀ ਦਾਅਵੇ ਹੁੰਦੇ ਰਹਿਣਗੇ। ਇਹ ਤਾਂ ਲੋਕਾਂ ਨੇ ਫੈਸਲਾ ਕਰਨਾ, ਲੋਕੀ ਵੇਖਣਗੇ। ਮੈਂ ਤਾਂ ਫਿਰ ਉਹੀ ਕਹਿੰਦਾ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ ਜਿਤਾਉਣਾ, ਕਿਸੇ ਇੱਕ ਪਾਰਟੀ ਨੂੰ ਨਾ ਜਿਤਾਈਏ। ਰੋਪੜ ਜਿੱਤਣਾ ਚਾਹੀਦਾ। ਰੋਪੜ ਜਿੱਤੂਗਾ ਤੇ ਤਾਂ ਹੀ ਆਪਣਾ ਕਿਸੇ ਦਾ ਭਲਾ ਹੋਊਗਾ। ਅਗਰ ਕਦੇ ਸੋਚੋ ਵੀ ਆਪਾਂ ਇਹੀ ਸੋਚੀਏ ਵੀ ਬਰਿੰਦਰ ਜਿਤਾ ਦਈਏ, ਬਰਿੰਦਰ ਜਿੱਤ ਕੇ ਤਾਂ ਹੀ ਅਗਰ ਕੁਝ ਕਰੂਗਾ ਤਾਂ ਹੀ ਕੁਝ ਗੱਲ ਬਣੂਗੀ ਨਾ। ਅੱਜ ਮੁੱਦਾ ਇੱਕ ਬੰਦੇ ਨੂੰ ਜਿਤਾਨ ਹਰਾਉਣ ਦਾ ਆ ਜਾਂਦਾ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਹਲਕਾ ਹਾਰ ਜਾਂਦਾ।
ਲੋਕ ਇਹ ਕਹਿ ਰਹੇ ਨੇ ਜੀ, ਲੋਕ ਕਹਿੰਦੇ ਰੋਪੜ ਛੱਡੋ, ਅਸੀਂ ਤਾਂ ਪੰਜਾਬ ਜਿਤਾਇਆ, ਪੰਜਾਬ ਕਾਂਗਰਸ ਦੇ ਹੱਥਾਂ 'ਚ ਹੈ ਤੇ ਉਸੇ ਪੰਜਾਬ ਜਿਤਾਉਣ ਵਾਲੇ ਲੋਕਾਂ ਨੇ ਰੋਪੜ ਦੇ ਨਾਲ ਵਿਤਕਰਾ ਕੀਤਾ ਜੀ। ਚਾਹੇ ਐਮਐਲਏ ਆਪ ਦਾ ਸੀਗਾ ਤੇ ਉਹਨੂੰ ਵੀ ਗ੍ਰਾਂਟ ਦਿੱਤੀ ਜਾ ਸਕਦੀ ਸੀ, ਵਿਤਕਰਾ ਕਿਉਂ? ਮਤੇਈ ਮਾਂ ਵਾਲਾ ਵਿਤਕਰਾ ਕਿਉਂ ਜੀ? ਇਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿਸ ਫੈਕਟਸ ਦੇ ਉੱਤੇ ਕਰ ਰਹੇ ਹੋ? ਦੇਖੋ, ਤੁਸੀਂ ਇੱਕ ਜ਼ਿੰਮੇਵਾਰ ਔਰ ਬੜੇ ਪਪੂਲਰ ਤੁਸੀਂ ਆਪਣਾ ਕੀ ਕਹਿੰਦੇ ਪੱਤਰਕਾਰ ਹੋ। ਰੋਪੜ ਦੇ ਵਿੱਚ ਤਕਰੀਬਨ 250 ਕਰੋੜ ਦੇ ਆਸ-ਪਾਸ ਗ੍ਰਾਂਟਾਂ ਤੋਂ ਇਲਾਵਾ ਸਕੂਲਾਂ ਦਾ ਪੈਸਾ ਕਿੰਨਾ ਆਇਆ, ਸੜਕਾਂ ਕਿੰਨੀਆਂ ਬਣੀਆਂ, ਨਗਰ ਕੌਂਸਲ ਨੇ ਕਿੰਨੇ ਕੰਮ ਕਰਾਏ, ਕਿੰਨੀਆਂ ਬਣੀਆਂ, ਕਿੰਨੇ ਕੰਮ ਨਗਰ ਕੌਂਸਲ ਨੇ ਕਰਾਇਆ ਜੀ? ਮੈਂ ਉਹਨਾਂ ਦੇ ਵੀ ਫਿਰ ਮੇਰੇ ਕੋਲ ਉਹ ਵੀ ਡਾਟਾ ਹੈਗਾ ਜੀ ਸਾਰਾ, ਜਿੱਥੇ ਜਿੱਥੇ ਸੜਕਾਂ ਟੁੱਟੀਆਂ, ਜਿਹੜੇ ਨਗਰ ਕੌਂਸਲ ਏਰੀਆ ਦੇ ਵਿੱਚ ਮਤਲਬ ਕਿ ਜਿੱਥੇ ਜਿੱਥੇ ਸਾਰਾ ਗਲੀਆਂ ਬਲੌਕ ਹੀ ਪਈਆਂ। ਹਵੇਲੀ ਜਾ ਕੇ ਦੇਖੋ ਜੀ ਹਾਲ। ਥਲੀ ਸਾਹਿਬ, ਮੇਰੇ ਕੋਲ ਤੁਹਾਡੇ ਤੋਂ ਵੱਧ ਡਾਟਾ ਹੈਗਾ ਜਿੱਥੇ ਕੰਮ ਹੋਣ ਵਾਲੇ ਆ ਜੀ। ਤੁਸੀਂ ਹਵੇਲੀ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਤੁਹਾਡੇ ਇੱਧਰ ਆਪਣਾ ਪਟਿਆਲਾ ਵਾਲੀ ਰੋਡ, ਉਹਦੇ ਪੁਲਾਂ ਦਾ ਹਾਲੇ ਤੱਕ ਕੰਮ ਨਹੀਂ ਹੋਇਆ। ਉਸ ਤੋਂ ਬਾਅਦ ਤੁਸੀਂ ਆਪਣਾ ਕੀ ਕਹਿੰਦੇ ਫੂਲ ਵਾਲਾ ਪਿੰਡ, ਉੱਥੇ ਟੋਭੇ ਦਾ ਕੰਮ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹੋ ਜਿਹੇ ਕਈ ਲਿਸਟ, ਮੇਰੇ ਕੋਲ ਦੋਵਾਂ ਲਿਸਟਾਂ ਵਾ, ਜਿਹੜੇ ਕੰਮ ਨਹੀਂ ਹੋਏ ਔਰ ਜਿਹੜੇ ਕੰਮ ਹੋਏ। ਮਸਲਾ ਇੱਕ ਕੰਮ ਨੂੰ ਨਾ ਹੋਣ ਵਾਲੇ ਨੂੰ ਆਪਾਂ ਇਹ ਕਹਿ ਦਈਏ ਵੀ ਉਹਦੇ ਬੇਸ ਤੇ ਕਹਿ ਦਈਏ ਵੀ ਕੁਝ ਵੀ ਨਹੀਂ ਹੋਇਆ, ਉਹ ਗਲਤ ਆ। ਜੇ ਕੋਈ ਕੰਮ ਹੋਇਆ ਉਹਦੇ ਬੇਸ ਤੇ ਕਹਿ ਦਈਏ ਬਹੁਤ ਕੰਮ ਹੋਇਆ, ਉਹ ਵੀ ਗਲਤ ਆ। ਇਹ ਦੋਵਾਂ ਚੀਜ਼ਾਂ ਨੂੰ ਤੋਲ ਕੇ ਅਗਲਾ ਫੈਸਲਾ ਕੀਤਾ ਜਾ ਸਕਦਾ। ਦੇਖੋ, ਫਿਰ ਮੈਂ ਤੁਹਾਨੂੰ ਇਹ ਕਹਿੰਦਾ, ਮੈਂ ਐਮਐਲਏ ਨਹੀਂ ਸੀ, ਮੈਂ ਹਾਰਿਆ ਸੀ, ਉਹਦੇ ਬਾਵਜੂਦ ਅੱਜ ਲੋਕਾਂ ਦੇ ਵਿੱਚ ਇਹ, ਪਿਛਲੀ ਵਾਰ ਚੀਮਾ ਸਾਹਿਬ ਨੇ ਵੀ ਉਹ ਪੁਲ ਦਾ ਨੀਂਹ ਪੱਥਰ ਰੱਖਿਆ ਸੀ, ਅਸੀਂ ਵੀ ਨੀਂਹ ਪੱਥਰ ਰੱਖਿਆ। ਉਹ ਕਹਿੰਦੇ ਤੁਸੀਂ ਬੰਦ ਕਰਵਾਇਆ ਕੰਮ ਜੀ ਆ ਕੇ, ਕੈਪਟਨ ਸਾਹਿਬ ਨੇ ਜੀ। ਚੀਮਾ ਸਾਹਿਬ ਤਾਂ ਉਦੋਂ ਹੀ ਲਾਈਵ ਹੋ ਗਏ ਜੀ ਜਦੋਂ ਚੰਨੀ ਸਾਹਿਬ ਉਹਦਾ ਉਦਘਾਟਨ ਕਰਨਾ ਹੁੰਦਾ। ਬੜੀਆਂ ਉਹਨਾਂ ਨੂੰ ਮਿਰਚਾਂ ਲੜੀਆਂ ਸੀ ਇਸ ਗੱਲ ਦੀਆਂ, ਕਿਉਂਕਿ ਉਹਨਾਂ ਦੀ ਨਾਕਾਮਯਾਬੀ ਦਾ ਸਬੂਤ ਸੀ ਉਹ। ਉਹਨਾਂ ਨੇ ਲੋਕਾਂ ਨਾਲ ਜਿਹੜਾ ਧੋਖਾ ਕੀਤਾ ਸੀ ਉਹਦਾ ਸਬੂਤ ਸੀ। ਕਿਉਂਕਿ ਚੀਮਾ ਸਾਹਿਬ ਨੇ ਉਹ ਜਿਹੜਾ ਪੁਲ ਸੀ ਉਹਦੇ ਵਿੱਚ ਨਾ ਫਾਈਨੈਂਸ਼ੀਅਲੀ ਪੈਸਾ ਨਹੀਂ ਅਲਾਟ ਕਰਾਇਆ ਸੀ, ਸਿਰਫ ਉਹਨਾਂ ਨੇ ਇੱਕ ਫਾਈਨੈਂਸ਼ੀਅਲ ਬਿੱਡ, ਜਿਵੇਂ ਮਨਪ੍ਰੀਤ ਬਾਦਲ ਤੋਂ ਅਸੀਂ ਇਹ ਪੈਸਾ ਅਲਾਟ ਕਰਾ ਕੇ ਪੀਡਬਲਿਊ ਨੂੰ ਟੈਂਡਰ ਦੇ ਕੇ, ਉਹ ਟੈਂਡਰ ਲਵਾ ਕੇ ਉਹਨੂੰ ਵਰਕ ਆਰਡਰ ਦੇ ਦਿੱਤਾ ਵਾ। ਹੁਣ ਉਹ ਕੰਪਨੀ ਦੀ ਜ਼ਿੰਮੇਵਾਰੀ ਆ ਉਹ ਪੁਲ ਬਣਾਉਣ ਦੀ। ਚੀਮਾ ਸਾਹਿਬ ਨੇ ਸਿਰਫ ਅਸੀਂ ਇੱਕ ਪੈਸਾ ਅਲਾਟ ਕਰਾ ਕੇ ਨਾ ਟੈਂਡਰ ਲਵਾਇਆ, ਨਾ ਬਿਲਡਰ ਨੂੰ ਵਰਕ ਆਰਡਰ ਦਿੱਤਾ, ਨਾ ਬਿਲਡਰ ਨੂੰ ਅਲਾਟ ਕੀਤਾ। ਦੋ ਚੀਜ਼ਾਂ 'ਚ ਇਹੀ ਪਾਰਟੀਆਂ ਦਾ ਫਰਕ ਆ ਸਾਡਾ ਔਰ ਉਹਨਾਂ ਦਾ। ਉਹ ਝੂਠਾ ਪ੍ਰਚਾਰ ਕਰ ਰਹੇ ਔਰ ਲੋਕਾਂ ਨੂੰ ਅੱਜ ਵੀ ਉਸ ਚੀਜ਼ ਨੂੰ ਸੱਚਾ ਦੱਸੀ ਜਾ ਰਹੇ। ਔਰ ਮੇਰਾ ਸਿਰਫ ਇਸ ਗੱਲ ਨੂੰ ਸਮਝੋ, ਉਹ ਗਾਜ਼ੀ ਬਿਲਡਰ ਆ ਲੁਧਿਆਣੇ ਦੇ, ਉਹਨਾਂ ਨੂੰ ਵਰਕ ਅਲਾਟ ਹੋ ਚੁੱਕਾ ਟੈਂਡਰ, ਵਰਕ ਆਰਡਰ ਮਿਲਦਿਆਂ ਉਹਨਾਂ ਨੇ ਕੰਮ ਵੀ ਆਪਣਾ ਉੱਥੇ ਇੱਟਾਂ ਵੀ ਸਟਾਤੀਆਂ ਔਰ ਕੰਮ ਸ਼ੁਰੂ ਹੋ ਜਾਊਗਾ। ਹੁਣ ਭਾਵੇਂ ਮੇਰੀ ਸਰਕਾਰ ਆਵੇ, ਭਾਵੇਂ ਕਿਸੇ ਦੀ ਵੀ ਸਰਕਾਰ ਆਵੇ, ਉਹਨਾਂ ਦਾ ਕੰਮ ਅਗਰ ਕੋਈ ਰੰਜਿਸ਼ਬਾਜ਼ੀ ਨਾਲ ਕੈਂਸਲ ਕਰਨ, ਕਾਗਜ਼ਾਂ ਰਾਹੀਂ ਉਹ ਕੈਂਸਲ ਨਹੀਂ ਹੋ ਸਕਦਾ। ਚੀਮਾ ਸਾਹਿਬ ਨੇ ਸਿਰਫ ਫਾਈਨੈਂਸ਼ੀਅਲੀ ਉਹ ਪੈਸੇ ਨੂੰ ਕਾਗਜ਼ਾਂ ਦੇ ਵਿੱਚ ਅਲਾਟ ਕਰਾ ਕੇ ਕਹਿਤਾ ਵੀ ਅਲਾਟ ਕਰ ਦਿਓ, ਔਰ ਉਹ ਪੈਸਾ ਸਰਕਾਰ ਦਾ, ਸਰਕਾਰ ਕੋਲ ਹੀ ਪਿਆ। ਉਹ ਕਹਿਤਾ ਵੀ ਆਹ ਪੈਸਾ ਇਹਦੇ ਵਾਸਤੇ ਇੱਕ ਸੈਂਕਸ਼ਨ ਕਰਵਾਉਣ ਦੀ ਉਹਨਾਂ ਨੇ ਗੱਲ ਕੀਤੀ ਸੀ। ਕਿਉਂਕਿ ਮੈਂ ਤੁਹਾਨੂੰ ਇਹ ਕਹਿ ਰਿਹਾ, ਕੰਮ ਸਰਕਾਰ ਨੇ ਕਰਨਾ ਹੁੰਦਾ। ਕਈ ਉਹਨਾਂ ਨੇ ਕੰਮ ਸੈਂਕਸ਼ਨ ਕਰਾਏ, ਅਸੀਂ ਉਹਨੂੰ ਪੂਰਾ ਕਰਾਇਆ, ਅਸੀਂ ਉਹਦੇ ਪੈਸੇ ਲੈ ਕੇ ਆਂਦੇ, ਅਸੀਂ ਉਹਨਾਂ ਨੂੰ ਪੂਰਾ ਸਿਰੇ ਚੜਾਇਆ। ਇਹ ਮੇਰਾ ਤੇਰਾ ਉਹਨੇ ਐਵੇਂ, ਇਹਦੇ ਵਿੱਚ ਰੋਪੜ ਹਾਰ ਜਾਂਦਾ। ਮੈਂ ਫਿਰ ਤੁਹਾਨੂੰ ਕਹਿੰਦਾ ਰੋਪੜ ਜਿੱਤਣਾ ਚਾਹੀਦਾ। ਰੋਪੜ ਕਿਵੇਂ ਜਿੱਤੂਗਾ? ਜਦੋਂ ਇੱਕ ਏਜੰਡਾ, ਤਿੰਨੋਂ ਲੀਡਰ ਖੜੇ ਹੋਣ ਔਰ ਇੱਕ ਏਜੰਡੇ ਤੇ ਸਹਿਮਤ ਹੋ ਜਾਣ, ਭਾਵੇਂ ਜਿਹੜੀ ਮਰਜ਼ੀ ਸਰਕਾਰ ਆਵੇ, ਆਹ ਏਜੰਡਾ ਸਾਡਾ ਪ੍ਰਮੁੱਖ ਰਹੂਗਾ। ਤੁਸੀਂ ਕਹਿੰਦੇ ਹੋ ਬਈ ਇਹ ਰੋਪੜ ਨੂੰ ਅਸੀਂ ਜਿਤਾਉਣਾ, ਤੁਸੀਂ ਹੁਣੇ ਭਾਸ਼ਣ ਵੀ ਦੇ ਕੇ ਬਈ ਛੱਡੋ ਚੱਡਾ ਸਾਹਿਬ, ਚੀਮਾ ਸਾਹਿਬ, ਆਓ ਸਾਰੇ ਇਕੱਠੇ ਹੋਈਏ ਤੇ ਆਪਾਂ ਰੋਪੜ ਜਿਤਾਈਏ। ਪਰ ਜਦੋਂ ਕਿਤੇ ਡਿਬੇਟ ਚੱਲਦੀ ਹੁੰਦੀ ਆ, ਉਦੋਂ ਕਹਿੰਦੇ ਜੀ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਜਾਂਦੇ ਆ ਜੀ ਇੱਕ ਦੂਜੇ ਨੂੰ, ਤੇ ਲੋਕਾਂ ਦੇ ਵਿੱਚ ਕਿਹਾ ਜਾਂਦਾ ਵੀ ਆਓ ਇਕੱਠੇ ਹੋਈਏ ਜੀ। ਇਨਸਾਨ ਆ, ਚੱਲ ਜਾਂਦਾ ਕੰਮ ਬਈ, ਕਈ ਵਾਰ ਇਹ ਹੋ ਜਾਂਦੀਆਂ ਚੀਜ਼ਾਂ। ਪਰ ਮੈਂ ਫਿਰ ਉਹੀ ਕਹਿੰਦਾ ਵੀ ਸਾਡੀ ਕੋਸ਼ਿਸ਼ ਜਿਹੜੀ ਆ ਉਹ ਇਹ ਹੋਣੀ ਚਾਹੀਦੀ ਆ ਵੀ ਕਿਸੇ ਨਾਲ ਭੇਦਭਾਵ ਨਾ ਕੀਤਾ ਜਾਵੇ, ਕਿਸੇ ਨਾਲ ਵਿਤਕਰਾ ਨਾ ਹੋਵੇ, ਕਿਸੇ ਨਾਲ ਧੱਕਾ ਨਾ ਹੋਵੇ, ਔਰ ਇੱਕ ਚੰਗਾ ਸਾਫ ਸੁਥਰਾ ਪ੍ਰਸ਼ਾਸਨ ਰਾਹੀਂ ਪ੍ਰਸ਼ਾਸਨ ਵਧੀਆ ਕੰਮ ਕਰਕੇ ਲੋਕਾਂ ਤੱਕ ਉਹ ਸਹੂਲਤਾਂ ਪਹੁੰਚਾਵੇ। ਔਰ ਇਹੀ ਸਾਡੀ ਕੋਸ਼ਿਸ਼ ਹੈ, ਇਹੀ ਰਾਜਨੀਤੀ ਆ ਜਿਹਨੂੰ ਅਸੀਂ ਕਰਨਾ ਚਾਹੁੰਦੇ। ਕਈ ਵਾਰ ਗਲਤੀਆਂ ਹੋ ਜਾਂਦੀਆਂ, ਕਈ ਵਾਰ ਬੋਲਿਆ ਜਾਂਦਾ ਕਿਸੇ ਨੂੰ ਵੱਧ, ਮਾਫੀ ਵੀ ਮੰਗਣੀ ਚਾਹੀਦੀ, ਗਲਤੀਆਂ ਤੋਂ ਸਿੱਖਣਾ ਵੀ ਚਾਹੀਦਾ। ਔਰ ਮੇਰੇ ਹਿਸਾਬ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ, ਸਭ ਨੂੰ ਇਕੱਠੇ ਕਰਕੇ
ਆਪਾਂ ਨੂੰ ਅੱਗੇ ਵਧਣਾ ਚਾਹੀਦਾ। ਤੁਸੀਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਤਾਂ ਕਹਿਤੇ ਵੀ ਆਓ ਇਕੱਠੇ ਹੋਈਏ, ਪਰ ਕਹਿੰਦੇ ਆਪਣੀਆਂ ਨੂੰ ਤਾਂ ਕਰ ਲਓ ਜੀ। ਤੁਹਾਡੇ ਆਪਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਖਾਨਾ ਜੰਗੀ ਚੱਲ ਰਹੀ ਹੈ, ਬਹੁਤ ਜ਼ਿਆਦਾ ਧੜੇਬੰਦੀਆਂ ਨਜ਼ਰ ਆ ਰਹੀਆਂ ਨੇ। ਇੱਕ ਥਾਂ ਟਿਕਟ ਦਿੱਤੀ ਜਾਂਦੀ ਹੈ ਜਾਂ ਇੱਕ ਥਾਂ ਦਾਅਵਾ ਪੇਸ਼ ਚੰਨੀ ਸਾਹਿਬ ਦੇ ਭਰਾ ਕਰਦੇ ਨੇ, ਦੂਜੇ ਪਾਸੇ ਸਿੱਧੂ ਸਾਹਿਬ ਪਹੁੰਚ ਜਾਂਦੇ ਨੇ ਉੱਥੇ ਬਈ ਆਹ ਸ਼ੇਰ ਮੇਰਾ ਲੜੂਗਾ ਇੱਥੋਂ, ਤੇ ਉਹ ਗੱਲਾਂ ਵੀ ਬਹੁਤ ਲੋਕ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਜੀ। ਫਿਰ ਮੈਂ ਤੁਹਾਡੇ ਵੱਲੋਂ ਆਪਣਿਆਂ ਨੂੰ ਵੀ ਅਪੀਲ ਕਰ ਦਿੰਦਾ ਵੀ ਆਓ ਇਕੱਠੇ ਹੋਈਏ, ਲੇਕਿਨ ਅਪੀਲ ਸੁਣਨ ਵੀ ਮੰਨਣ ਵੀ ਕੋਈ ਗੱਲ ਵੀ ਕਰਨ। ਮੈਂ ਤਾਂ ਸਭ ਨੂੰ ਅਪੀਲ ਕਰਦਾ ਵੀ ਆਓ ਆਪਾਂ ਇਕੱਠੇ ਹੋ ਕੇ ਆਪਾਂ ਪਾਰਟੀ ਪ੍ਰਤੀ ਅੱਗੇ ਵਧੀਏ, ਔਰ ਇਹ ਵਧਣਾ ਚਾਹੀਦਾ। ਠੀਕ ਆ, ਮੈਂ ਫਿਰ ਉਹੀ ਕਹਿੰਦਾ ਤੁਸੀਂ ਵਿਰੋਧ ਨੂੰ ਬੜੇ ਹੋਰ ਹਿਸਾਬ ਨਾਲ ਵੇਖਦੇ ਜੇ। ਅਗਰ ਮੰਨ ਸਰਕਾਰ ਹੈ ਜੀ ਨੈਗੇਟਿਵ, ਤਾਂ ਮੈਂ ਤਾਂ ਨੈਗੇਟਿਵ ਹੀ ਕਰਾਂਗਾ ਨਾ ਜੀ ਸਵਾਲ। ਜਿਹੜੇ ਮੈਨੂੰ ਕਾਊਂਟਰ ਜਿਹੜੇ ਜਦ ਦਿਖਦੇ ਆ ਜੀ ਲੋਕਾਂ ਦੇ ਮਸਲੇ ਨੇ, ਤੁਸੀਂ ਨੈਗੇਟਿਵ ਕਰੋ, ਕੋਈ ਹਰਜ ਨਹੀਂ ਹੈਗਾ ਸਾਨੂੰ ਇਹਦੇ ਵਿੱਚ। ਲੇਕਿਨ ਹੁਣ ਮੰਨ ਲਓ ਅਗਰ ਕਿਸੇ ਨੇ ਟਿਕਟ ਮੰਗ ਲਈ, ਉਹਦੇ ਅੰਦਰ ਇੰਨੀ ਖਲਬਲੀ ਕਿਉਂ ਮਚ ਜਾਂਦੀ ਆ? ਸਾਡੇ ਇੱਥੇ ਕਈ ਲੋਕ ਟਿਕਟ ਮੰਗ ਰਹੇ ਆ, ਸਾਨੂੰ ਕੋਈ ਤਕਲੀਫ ਨਹੀਂ। ਹੀ ਅਸੀਂ ਅੱਜ ਡਾਕਟਰ ਅਛਰ ਸ਼ਰਮੇ ਦੀ ਅਗਰ ਅਸੀਂ ਟਿਕਟ ਮੰਗ ਲਈ ਅਨੰਦਪੁਰ ਸਾਹਿਬ ਤੋਂ, ਕਿਸੇ ਹੋਰ ਨੂੰ ਵੀ ਤਕਲੀਫ ਨਹੀਂ ਹੋਣੀ ਚਾਹੀਦੀ। ਸੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨਾ, ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ। ਔਰ ਇਹਦੇ ਵਿੱਚ ਇਸ ਤਰੀਕੇ ਦਾ ਮਾਹੌਲ ਨਹੀਂ ਬਣ ਜਾਣਾ ਚਾਹੀਦਾ ਵੀ ਪਤਾ ਨਹੀਂ ਲਕੀਰਾਂ ਖਿੱਚੀਆਂ ਗਈਆਂ, ਜੰਗ ਲੱਗ ਗਈ ਆ। ਆਜ਼ਾਦ ਮੁਲਕ ਆ, ਹਰ ਕਿਸੇ ਕੋਲ ਹੱਕ ਆ, ਹਰੇਕ ਕਿਸੇ ਕੋਲ ਕਿਸੇ ਆਪਣਾ ਪੋਸਟ 'ਤੇ ਜਾਣ ਦਾ ਹੱਕ ਆ। ਹਰੇਕ ਕੋਈ ਆਪਣੀ ਆਕਾਂਸ਼ਾਵਾਂ ਰੱਖ ਸਕਦਾ। ਕੱਲ੍ਹ ਮੇਰੇ ਨਾਲ ਦੇ ਖੜੇ ਆ ਇੱਥੇ, ਜੈਲਾ ਜੀ ਖੜੇ, ਸਾਡੇ ਸਰਪੰਚ ਰਹੇ ਸਾਬਕਾ, ਇਹਨਾਂ ਦਾ ਵੀ ਦਿਲ ਕਰਦਾ ਹੋਊਗਾ ਵੀ ਮੈਂ ਵੀ MLA ਬਣ ਜਾ। ਮੈਂ ਕਹਾਂ ਨਾ ਜੈਲੇ, ਜੇ ਤੂੰ ਮੰਗ ਲਈ ਤਾਂ ਫਿਰ ਹਿਸਾਬ ਲਾ ਲਈ, ਇਹ ਤਾਂ ਕੋਈ ਗੱਲ ਨਹੀਂ ਬਣਦੇ। ਉਹ ਸਾਡੇ ਚਨੌਲੀ ਤੋਂ ਸਰਪੰਚ ਸਾਹਿਬ ਖੜੇ ਸਾਬਕਾ, ਉਹ ਵੀ ਕਾਬਲ ਆ, ਬੜੇ ਧੜੱਲੇਦਾਰ ਲੀਡਰ ਆ। ਉਹ ਪਿੰਕਾ ਜੀ ਖੜੇ ਬੜਵੇ ਤੋਂ, ਜਿੱਥੋਂ ਚੱਡਾ ਸਾਹਿਬ ਨੇ ਟਿਕਟ ਮੰਗੀ ਆ। ਹੁਣ ਜੇ ਚੱਡਾ ਸਾਹਿਬ ਟਿਕਟ ਮੰਗ ਸਕਦੇ ਆ ਇਸ ਪਾਰਟੀ 'ਚੋਂ, ਉਸੇ ਪਿੰਡ 'ਚੋਂ, ਇਹ ਮੇਰੇ ਖਿਆਲ ਤੁਸੀਂ ਤਾਂ 3-4 ਵਾਰ ਸਰਪੰਚ ਰਹੇ, ਸੰਮਤੀ ਮੈਂਬਰ ਆ। ਇਹਨਾਂ ਦੇ ਵੀ ਮਨ ਦੀਆਂ ਆਕਾਂਸ਼ਾਵਾਂ ਜਾਗ ਪਈਆਂ ਵੀ ਯਾਰ ਜੇ ਚੱਡਾ ਬਣ ਸਕਦਾ ਤਾਂ ਮੈਂ ਕਿਉਂ ਨਹੀਂ ਮੰਗ ਸਕਦਾ। ਹੁਣ ਉਹਦੇ ਨਾਲ ਮੈਂ ਦੱਬਣ ਲੱਗ ਪਾ ਉਹਨਾਂ ਨੂੰ, ਔਰ ਮੈਂ ਕਹਾਂ ਤੂੰ ਨਾ ਮੰਗੀ, ਤੂੰ ਕਿਵੇਂ ਮੰਗ ਲੇਗਾ ਟਿਕਟ? ਫਿਰ ਮੇਰੇ ਅੰਦਰ ਡਰ ਆ, ਮੇਰੇ ਅੰਦਰ ਕਮਜ਼ੋਰੀ ਆ। ਮੈਂ ਤਾਂ ਇਹ ਕਹਿੰਦਾ ਜਿਹਨੂੰ ਮਿਲ ਜੇ ਟਿਕਟ ਉਹਨੂੰ ਮਿਲਣਾ ਚਾਹੀਦਾ। ਜਿਵੇਂ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ, ਕਦੀ ਸੋਚਿਆ ਸੀ ਕਿਸੇ ਨੇ ਵੀ ਚੰਨੀ ਸਾਹਿਬ ਮੁੱਖ ਮੰਤਰੀ ਬਣਨਗੇ? ਪਿੰਕਾ ਆਪਣਾ ਕੀ ਕਹਿੰਦੇ, ਹਰ ਟਾਈਮ ਇਹਨਾਂ ਦਾ ਆਪਣਾ ਆਪਸੀ ਇਹਨਾਂ ਦੀ ਰਿਸ਼ਤੇਦਾਰੀਆਂ ਵੀ ਪੈਂਦੀਆਂ ਉੱਥੇ। ਇਹ ਉਹਨਾਂ ਦਾ ਸੀ ਵੀ ਕਦੀ ਪਿੰਕੇ ਨੇ ਨਹੀਂ ਸੋਚਿਆ ਹੋਣਾ। ਅੱਜ ਬਹੁਤ ਖੁਸ਼ ਆ ਸਾਰੇ ਲੋਕ ਇਸ ਗੱਲ ਦੀ ਖੁਸ਼ੀ ਮਨਾਉਂਦੇ ਵੀ ਉਹ ਬਣ ਗਏ। ਸੋ ਕਿਸੇ ਦਾ ਮੰਗਣਾ, ਕਿਸੇ ਦਾ ਨਹੀਂ ਮੰਗਣਾ ਔਰ ਉਹਨੂੰ ਵਿਰੋਧ ਮੰਨਣਾ, ਇਹ ਸੋਚ ਨੂੰ ਬਦਲਣਾ ਚਾਹੀਦਾ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਹੁਣ ਹੋਰ ਵੀ ਬੁਲੰਦ ਹੌਸਲੇ ਕਰੀ ਬੈਠੀ ਹੈ ਤੇ ਦਾਅਵੇ ਕੀਤੇ ਜਾ ਰਹੇ ਨੇ ਵੀ ਸਫਾਈ ਇਸੇ ਤਰ੍ਹਾਂ ਕਹਿੰਦੇ ਇਹ ਤਾਂ ਸ਼ਹਿਰੀ ਵੋਟ ਫਿਰ ਵੀ ਭਾਜਪਾ ਦੇ ਕੋਲ ਸੀਗੀ ਤਾਂ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਤਾਂ ਸਫਾਈ ਕਰ ਦਾਂਗੇ ਪੂਰੀ। ਕੀ ਰਿਜ਼ਲਟ ਆਇਆ ਉੱਥੇ ਦੇਖੋ। ਉੱਥੇ ਅੱਜ ਵੀ ਉਹਨਾਂ ਦੀ ਵੋਟਾਂ ਦੋਵਾਂ ਪਾਰਟੀਆਂ ਨਾਲੋਂ ਘੱਟ ਆ। ਸ਼ੇਅਰ ਵੋਟ ਜ਼ਿਆਦਾ ਤੁਹਾਡਾ। ਸਾਡਾ ਅਸੀਂ 1,14,000 ਤੇ ਆ, ਉਹ 1,04,000 ਤੇ ਆ, ਔਰ 8 ਉਹਨਾਂ ਦੇ ਕੈਂਡੀਡੇਟਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਗੱਲ ਇਹ ਆ ਵੀ ਉਹ ਤਾਂ ਭਰਿਆ ਹੋਇਆ ਗਲਾਸ ਦੇਖ ਰਹੇ ਆ ਨਾ ਜੀ। ਉਹ ਭਰਿਆ ਹੋਇਆ ਗਲਾਸ ਨਹੀਂ ਵੇਖ ਰਹੇ, ਉਹ ਤੁਹਾਨੂੰ ਦਿਖਾ ਰਹੇ ਆ ਵੀ ਗਲਾਸ ਭਰਿਆ ਹੋਇਆ। ਗਲਾਸ ਉਹਨਾਂ ਦਾ ਖਾਲੀ ਆ, ਉਹ ਅੱਗੋਂ ਦਿਖਾਈ ਜਾਂਦੇ। ਦੇਖੋ ਉਹਨਾਂ ਦੀ ਮਨਸ਼ਾ ਤਾਂ ਪੰਜਾਬ ਜਿੱਤਣ ਦੀ ਆ। ਕੱਲ੍ਹ ਜਿੱਤ ਚੰਡੀਗੜ੍ਹ ਰਹੇ ਆ ਤਾਂ ਰੌਲਾ ਪੰਜਾਬ ਦਾ ਪਾਈ ਜਾ ਰਹੇ ਆ ਵੀ ਜਿੱਥੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦਾ ਤਾਂ ਧੰਨਵਾਦ ਕਰ ਦਿਓ। ਜੇ ਤੁਸੀਂ ਜਿੱਤੇ ਜਾਂਦੇ ਤੁਸੀਂ ਨਹੀਂ ਪਾਉਣਾ ਸੀ ਜੀ, ਤੁਸੀਂ ਨਹੀਂ ਪਾਉਣਾ ਸੀ ਨਗਰ ਨਿਗਮ ਦਾ। ਹੁਣ ਮੇਰੀ ਗੱਲ ਸੁਣੋ, ਅਸੀਂ ਪੰਜਾਬ ਦੇ ਵਾਸਤੇ ਅਸੀਂ ਤਾਂ ਉੱਥੇ ਕੰਪੇਨ ਵੀ ਨਹੀਂ ਕਰਨ ਗਏ ਸਾਰੇ ਚੰਡੀਗੜ੍ਹ ਵਾਲੇ। ਅਸੀਂ ਪੰਜਾਬ ਵਾਲੇ ਜਿੰਨੇ ਨੇਤਾ ਸੀ ਅਸੀਂ ਉੱਥੇ ਕੰਪੇਨ ਵੀ ਨਹੀਂ ਕਰਨ ਗਏ। ਅਸੀਂ ਸਾਡੇ ਉੱਥੇ BJP ਦੇ ਲੀਡਰ ਆਏ, ਅਕਾਲੀ ਦਲ ਦੇ ਲੀਡਰ ਗਏ, ਆਪਣਾ ਇਹ ਸਾਰੇ ਲੀਡਰ ਗਏ। ਅਸੀਂ ਤਾਂ ਸਾਰਿਆਂ ਨੇ ਮੇਰਾ ਕਹਿਣ ਦਾ ਮਤਲਬ ਆ ਉਹ ਇੱਕ ਵੱਖਰੀ ਇਲੈਕਸ਼ਨ ਆ। ਇਹ ਵੱਖਰੀ ਇਲੈਕਸ਼ਨ ਹੁਣ ਅਸੀਂ ਰਾਜਸਥਾਨ ਸਰਕਾਰ ਬਣਾਤੀ, ਅਸੀਂ ਛੱਤੀਸਗੜ੍ਹ ਸਰਕਾਰ ਬਣਾਤੀ, ਸਾਡੀ ਉੱਥੇ ਦੁਬਾਰਾ ਬਣੀ ਜਾਵੇ। ਅਸੀਂ ਕਹੀਏ ਵੀ ਰਾਜਸਥਾਨ ਮਾਡਲ ਪੰਜਾਬ ਚਲਾਵਾਂਗੇ। ਜਿਵੇਂ ਦਿੱਲੀ ਦਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਦਿੱਲੀ ਮਾਡਲ ਜਿਹੜਾ ਵਾ ਉਹ ਦਿੱਲੀ ਦੇ ਲੋਕਾਂ ਵਾਸਤੇ ਆ, ਉਹ ਦਿੱਲੀ 'ਚ ਹੀ ਚੱਲ ਸਕਦਾ ਵਾ। ਪੰਜਾਬ ਦੇ ਵਿੱਚ ਪੰਜਾਬ ਮਾਡਲ ਚੱਲੂਗਾ, ਪੰਜਾਬ ਦੇ ਲੋਕ ਚਲਾਉਣਗੇ। ਕੀ ਹੋਊਗਾ ਪੰਜਾਬ ਮਾਡਲ, ਕੀ ਮੰਨਦੇ ਹੋ? ਰਾਘਵ ਚੱਡਾ ਔਰ ਕੇਜਰੀਵਾਲ ਦੀਆਂ ਗਰੰਟੀਆਂ ਕੀ ਕਰਨਗੀਆਂ ਇੱਥੇ? ਕੇਜਰੀਵਾਲ ਕੌਣ ਹੁੰਦਾ ਗਰੰਟੀ ਦੇਣ ਵਾਲਾ? ਇਹਨਾਂ ਦੇ ਕੋਲ ਪੰਜਾਬ 'ਚ ਕੋਈ ਲੀਡਰ ਹੀ ਨਹੀਂ ਆ ਵੀ ਜਿਹੜਾ ਕੇਜਰੀਵਾਲ ਵੀ ਪੰਜਾਬ ਦੀ ਗਰੰਟੀ ਦੇ ਦੇ। ਹੁਣ ਕੱਲ੍ਹ ਨੂੰ ਰੋਪੜ ਦੀ ਗਰੰਟੀ ਆਪਣਾ ਕੀ ਕਹਿੰਦੇ ਸਾਡਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਈ ਜਾਵੇ।
ਗਰੰਟੀ ਤਾਂ ਇੱਥੋਂ ਦਾ ਲੋਕ ਹੀ ਦੇਣਗੇ। ਇੱਥੇ ਭਗਵੰਤ ਮਾਨ ਦੇ ਦੇਣ, ਹਰਪਾਲ ਚੀਮਾ ਦੇ ਦੇਣ, ਔਰ ਰਾਘਵ ਚੱਡਾ ਆ ਕੇ ਉਹ ਵੱਖਰੀਆਂ ਆਪਣੀਆਂ ਰਣਨੀਤੀਆਂ ਦੱਸੀ ਜਾਂਦਾ ਪੰਜਾਬ ਵਾਲਿਆਂ ਨੂੰ, ਪੰਜਾਬ 'ਚ ਇਹ ਮਾੜਾ, ਪੰਜਾਬ 'ਚ ਇਹ ਮਾੜਾ, ਪੰਜਾਬ 'ਚ ਇਹ ਮਾੜਾ। ਤੂੰ ਇੱਕ ਵਾਰ ਐਮਐਲਏ ਬਣ ਗਿਆ, ਹੁਣ ਤੂੰ ਸਾਨੂੰ ਪੰਜਾਬ ਵਾਲਿਆਂ ਨੂੰ ਦੱਸਣ ਲੱਗ ਪਏਗਾ ਵੀ ਪੰਜਾਬ 'ਚ ਕੀ ਮਾੜਾ ਚੰਗਾ ਵਾ। ਫਸਟ ਟਾਈਮ ਐਮਐਲਏ ਆ ਕੇ ਪਤਾ ਨਹੀਂ ਸੈਕੰਡ ਟਾਈਮ ਐਮਐਲਏ ਆ, 4 ਸਾਲ ਦਾ ਐਕਸਪੀਰੀਅੰਸ ਆ, ਤੇ ਉਹ ਸਮਝਦੇ ਵੀ ਸਾਰਾ ਕੁਝ ਸਾਨੂੰ ਹੀ ਪਤਾ ਪੰਜਾਬ ਦਾ। ਕੇਜਰੀਵਾਲ ਸਾਹਿਬ ਨੂੰ ਆਪਣਾ ਕੀ ਕਹਿੰਦੇ, ਦਿੱਲੀ ਦੇ ਵਿੱਚ ਕਰੋਨਾ ਦਾ ਨਹੀਂ ਪਤਾ ਕੀ ਹਾਲਾਤ ਹੋਏ, ਪੋਲੂਸ਼ਨ ਦੇ ਹਾਲਾਤ ਨਹੀਂ ਪਤਾ ਚੱਲੇ ਕੀ ਹੋਏ। ਕੇਜਰੀਵਾਲ ਸਾਹਿਬ ਨੇ ਉਦੋਂ ਕਰੋਨਾ ਦੇ ਵਿੱਚ ਲੋਕ ਦਿੱਲੀ ਤੋਂ ਇੱਥੇ ਇਲਾਜ ਕਰਾਉਣ ਆਏ। ਕੇਜਰੀਵਾਲ ਸਾਹਿਬ ਨੇ ਇੱਕ ਪੁਲ ਨਹੀਂ ਬਣਾਇਆ, ਇੱਕ ਹਸਪਤਾਲ ਨਹੀਂ ਬਣਾਇਆ, ਇੱਕ ਕਾਲਜ ਨਹੀਂ ਖੋਲ੍ਹਿਆ ਨਵਾਂ, ਔਰ ਆ ਕੇ ਪੰਜਾਬ 'ਚ ਸਾਨੂੰ ਗਿਆਨ ਐ ਦਿੰਦੇ ਆ ਵੀ ਜਿਵੇਂ ਪਤਾ ਨਹੀਂ ਇਹਨਾਂ ਨੇ ਆਪਣਾ ਕੀ ਕਹਿੰਦੇ ਵੀ ਉੱਥੇ ਕੀ ਕੁਛ ਇਹੋ ਜਿਹਾ ਕਰ ਦਿੱਤਾ। ਤੁਸੀਂ ਜੇ ਕੀਤਾ ਵੀ ਆ ਤਾਂ ਪੰਜਾਬ ਵਾਸਤੇ ਦੱਸੋ ਕੀ ਕਰੋਗੇ। ਅਸੀਂ ਦੱਸ ਰਹੇ, ਉਹ ਤਾਂ ਦੱਸ ਰਹੇ ਆ, ਹਜ਼ਾਰ ਰੁਪਏ ਵੀ ਦੇਣਗੇ ਉਹ ਕਹਿੰਦੇ ਅਸੀਂ। ਔਰ ਬਿਜਲੀ ਦੀ ਗੱਲ ਕੀਤੀ ਹੈ, ਸਾਰਾ ਕੁਝ ਦੇਖੀ ਜਾਂਦੇ ਹੋ ਤੁਸੀਂ, ਗਰੰਟੀਆਂ। ਦਿੱਲੀ 'ਚ ਦੇਤਾ 1000 ਰੁਪਏ ਅੱਜ ਤੱਕ? ਦਿੱਲੀ 'ਚ ਤਾਂ ਉਹ ਕਹਿੰਦੇ ਮੈਂ ਵਾਅਦਾ ਹੀ ਨਹੀਂ ਕੀਤਾ। ਦਿੱਲੀ 'ਚ ਕੀ ਗੱਲ ਮਹਿਲਾਵਾਂ ਨੂੰ ਲੋੜ ਨਹੀਂ ਆ? ਇੱਥੋਂ ਦੀ ਮਹਿਲਾਵਾਂ ਨੂੰ ਲੋੜ ਆ, ਔਰ ਦਿੱਲੀ ਵਾਲੀ ਮਹਿਲਾਵਾਂ ਨੂੰ ਲੋੜ ਨਹੀਂ ਆ। ਕਿਉਂ ਧੋਖਾ ਕਰ ਰਹੇ ਆ? ਕੀ ਗੱਲ ਉਹ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਵਾਈਫਾਈ ਔਰ ਜਿਹੜਾ ਇਹ ਕਹਿੰਦੇ ਸੀ, ਮੈਂ ਇੱਕ ਐਫੀਡੇਵਿਟ ਲੈ ਕੇ ਆਉਂਦਾ ਇਹਨਾਂ ਦਾ ਛੇਤੀ। ਇਹਨਾਂ ਨੇ ਇਹ ਵੀ ਕਿਹਾ ਸੀ ਦਿੱਲੀ 'ਚ, ਮੈਂ ਸਰਕਾਰੀ ਬੰਗਲਾ ਨਹੀਂ ਲਊਂਗਾ, ਮੈਂ ਲਾਲ ਬੱਤੀ ਨਹੀਂ ਲਊਂਗਾ, ਮੈਂ ਜਨ ਲੋਕਪਾਲ ਬਿੱਲ ਲੈ ਕੇ ਆਊਂਗਾ। ਔਰ 7 ਪੁਆਇੰਟ ਹੈਗੇ ਆ। ਅਸੀਂ ਜਾ ਕੇ ਦਿੱਲੀ 'ਚ ਇਹਨਾਂ ਦਾ ਘਰ ਵੇਖਿਆ, ਪੂਰੇ ਵੱਡੇ ਵੱਡੇ ਸਿਕਿਉਰਿਟੀ ਗਾਰਡ ਅੱਗੇ ਗਾਰਡਰ ਲਾਏ ਹੋਏ, ਏਡੇ ਏਡੇ ਦੋਵੇਂ ਪਾਸੇ ਬੈਰੀਕੇਡਾਂ ਕੀਤੀਆਂ ਹੋਈਆਂ, ਔਰ ਅੰਦਰ ਜਾਣ ਦਾ ਕੋਈ ਪ੍ਰਬੰਧ ਨਹੀਂ। ਲੋਕੀ ਬਹੁਤ ਛੇਤੀ ਗੱਲਾਂ 'ਚ ਪ੍ਰਭਾਵਿਤ ਆ ਜਾਂਦੇ ਆ। ਫੈਕਚੁਅਲ ਸਿਚੁਏਸ਼ਨ ਇਹ ਆ, ਕੇਜਰੀਵਾਲ ਰਾਜਨੀਤੀ ਨੂੰ ਬਦਲਣ ਆਇਆ ਸੀ, ਲੇਕਿਨ ਰਾਜਨੀਤੀ ਨੇ ਕੇਜਰੀਵਾਲ ਬਦਲਤਾ। NRC CAA ਦਾ ਮੁੱਦਾ ਪੰਜਾਬ ਦੇ ਵਿੱਚ ਕਿੱਡਾ ਵਿਰੋਧ ਹੋਇਆ। ਕਸ਼ਮੀਰ 370 ਦੀ ਧਾਰਾ ਦੇ ਵਿੱਚ, ਠੀਕ ਆ, ਇਹਨਾਂ ਨੇ ਕਦੀ ਅੱਜ ਤੱਕ ਉਦੋਂ ਪੰਜਾਬ ਦੇ ਵਿੱਚ ਉਸ ਚੀਜ਼ ਦਾ ਵਿਰੋਧ ਹੋਇਆ। ਹਰ ਪਾਰਟੀ ਨੇ ਕਿਹਾ ਵੀ ਨਹੀਂ, ਸਟੇਟ ਦੇ ਅਧਿਕਾਰਾਂ ਦੀ ਗੱਲ ਕਰਦੇ ਆ, ਉੱਥੇ ਦਵਾ ਦਾ ਮੰਨ ਗਿਆ। ਮੁੱਦਾ ਸਹੀ ਗਲਤ ਤਾਂ ਨਹੀਂ ਆ, ਮੁੱਦਾ ਇਹ ਆ ਵੀ ਪੰਜਾਬ 'ਚ ਬਿਆਨ ਵੱਖਰਾ, ਹਰਿਆਣੇ 'ਚ ਬਿਆਨ ਵੱਖਰਾ, ਦਿੱਲੀ ਜਾਂਦੇ ਨੂੰ ਬਿਆਨ ਵੱਖਰਾ। ਉੱਥੇ ਇਹਨੂੰ ਪਰਾਲੀ ਦਾ ਧੂੰਆਂ ਪੋਲਿਊਸ਼ਨ ਲੱਗਦੀ ਆ, ਕਿਉਂਕਿ ਆਪ ਉੱਥੇ ਪੋਲਿਊਸ਼ਨ ਫੈਲਾਇਆ ਹੋਇਆ। ਸੋ ਇਹ ਗੱਲਾਂ ਡਬਲ ਸਟੈਂਡਰਡ ਜਿਹੜੇ ਆ ਰਾਜਨੀਤੀ ਦੇ ਵਿੱਚ ਨਹੀਂ ਹੋਣੇ ਚਾਹੀਦੇ। ਅੱਜ ਇਹਨਾਂ ਨੇ ਇੱਕ ਮਾਡਲ ਬਣਾ ਕੇ ਪੇਸ਼ ਕਰ ਦਿੱਤਾ, ਕੇਜਰੀਵਾਲ ਦੀਆਂ ਗਰੰਟੀਆਂ। ਕੱਲ੍ਹ ਨੂੰ ਕੇਜਰੀਵਾਲ ਦੀਆਂ ਗਰੰਟੀਆਂ ਕਿੱਥੇ ਲੱਭੋਗੇ ਕੇਜਰੀਵਾਲ ਨੂੰ? ਉਹ ਤਾਂ ਦਿੱਲੀ ਦੇ ਲੋਕਾਂ ਨੂੰ ਨਹੀਂ ਲੱਭਦਾ। ਅੱਜ ਤੱਕ ਇੱਕ ਜਨ ਸਭਾ ਨਹੀਂ ਕੀਤੀ ਇਹਨੇ ਉੱਥੇ ਲੋਕਾਂ ਨੂੰ ਮਿਲਣ ਦੀ। ਅਫਸਰਾਂ ਦੇ ਰਾਹੀਂ ਦਿੱਲੀ ਚਲਾਉਂਦਾ, ਲੋਕਾਂ ਨੂੰ ਮਿਲਣ ਦਾ ਘਰੇ ਕੋਈ ਪ੍ਰੋਗਰਾਮ ਨਹੀਂ ਆ। 2 ਸਾਲ ਹੋ ਗਏ ਅਸੀਂ ਉੱਥੇ ਪੁੱਛਿਆ ਸੀ, ਕਦੀ ਕਿਸੇ ਨੂੰ ਮਿਲਿਆ ਨਹੀਂ ਆਮ ਲੋਕਾਂ ਨੂੰ। ਪੰਜਾਬ 'ਚ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਦਾ। ਇਸ ਕਰਕੇ ਮੈਂ ਅਖੀਰ 'ਚ ਜੇ ਘਰ ਸਹੂਲਤਾਂ ਪਹੁੰਚਦੀਆਂ ਹੁਣ, ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਜੀ। ਚੰਨੀ ਸਾਹਿਬ ਲੋਕਾਂ ਨੂੰ ਬਹੁਤ ਮਿਲ ਰਹੇ ਨੇ, ਫਿਰ ਧਰਨੇ ਕਿਉਂ ਲੱਗ ਰਹੇ ਆ? ਮਿਲਣਾ ਲੋਕਾਂ ਨੂੰ ਕੈਪਟਨ ਸਾਹਿਬ ਨੇ ਨਹੀਂ ਮਿਲੇ, ਉਦੋਂ ਘਰ ਘਰ ਸਹੂਲਤਾਂ ਪਹੁੰਚ ਰਹੀਆਂ ਸੀ। ਮੁੱਖ ਮੰਤਰੀ ਦੇ ਉੱਤੇ ਇਹੀ ਇਲਜ਼ਾਮ ਸੀ ਨਾ ਵੀ ਘਰ ਘਰ ਮਿਲਣਾ ਜ਼ਰੂਰੀ ਆ ਹੁੰਦਾ ਜਾਂ ਨਹੀਂ ਹੁੰਦਾ। ਮੈਂ ਨਹੀਂ ਕਹਿੰਦਾ ਵੀ ਘਰ ਘਰ ਮਿਲਣ, ਸੰਗਤ ਦਰਸ਼ਨ ਕਰਨ, ਲੇਕਿਨ ਕੀ ਦਿੱਲੀ ਦੇ ਵਿੱਚ ਜੋ ਪੁਰਾਣੇ ਜੋ ਇੱਥੇ ਆ ਕੇ ਗੱਲਾਂ ਕਰਦਾ ਵਾ, ਮੈਂ ਇਹ ਕਹਿ ਰਿਹਾ ਉਹ ਦਿੱਲੀ 'ਚ ਕਰਦਾ? ਅਗਰ ਤਾਂ ਦਿੱਲੀ 'ਚੋਂ ਗੱਲਾਂ ਕਰਦਾ ਜੋ ਇੱਥੇ ਕਹਿ ਰਿਹਾ, ਔਰ ਉਹਦਾ ਪ੍ਰੂਫ ਦੇਵੇ। ਸਰਪਲਸ ਬਜਟ ਆ ਦਿੱਲੀ ਵਿੱਚ, 800 ਕਰੋੜ ਰੁਪਇਆ ਕੇਜਰੀਵਾਲ ਸਾਹਿਬ ਉੱਥੇ ਐਡਵਰਟਾਈਜ਼ਮੈਂਟ 'ਤੇ ਖਰਚ ਕਰਦੇ ਆ। 800 ਕਰੋੜ ਰੁਪਇਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਖਰਚ ਕਰਦੀ ਆ 150 ਕਰੋੜ ਰੁਪਇਆ। ਇਹ ਵੀ ਹੋਣਾ ਚਾਹੀਦਾ ਫਿਰ ਖਰਚ ਜੀ। ਨਹੀਂ, ਮੈਂ ਤੁਹਾਨੂੰ 150 ਕਰੋੜ ਜਦੋਂ 4 ਲੱਖ ਕਰੋੜ ਦੇ ਕਰੀਬ ਤੁਸੀਂ ਕਰਜ਼ਾ ਵੀ ਦੱਸੀ ਜਾਂਦੇ ਹੋ, ਤੇ ਆਪਣਾ ਇਹ ਵੀ ਦੱਸੀ ਜਾਂਦੇ 150 ਕਰੋੜ ਰੁਪਏ। 150 ਕਰੋੜ ਦੇ ਨਾਲ ਕਿੰਨੇ ਲੋਕਾਂ ਦਾ ਫਾਇਦਾ ਹੋ ਸਕਦਾ? ਤੇ 800 ਕਰੋੜ ਦਾ ਕਦੀ ਪੁੱਛਿਆ ਉਹਨਾਂ ਤੋਂ ਕਿਉਂ ਖਰਚ ਕਰਦੇ ਉੱਥੇ? ਉਹਨਾਂ ਨੂੰ ਵੀ ਪੁੱਛੋ, ਜਦੋਂ ਉਹਨਾਂ ਨਾਲ ਬੈਠੂਗਾ ਉਹਨਾਂ ਦੀ ਗੱਲ ਬਿਲਕੁਲ ਪੁੱਛੋ ਸਾਡੇ ਤੋਂ। ਪ੍ਰਚਾਰ ਵੀ ਜ਼ਰੂਰੀ ਆ ਕਿਤੇ ਨਾ ਕਿਤੇ, ਲੇਕਿਨ ਸਾਰਾ ਹੀ ਇਕੱਲਾ ਪ੍ਰਚਾਰ ਹੀ ਨਹੀਂ ਜ਼ਰੂਰੀ ਨਾ। ਕੇਜਰੀਵਾਲ ਸਾਹਿਬ ਤੋਂ ਉੱਥੇ ਜਾ ਕੇ ਪੁੱਛੋ, ਸਕੂਲਾਂ ਦੇ ਵਿੱਚ ਗੱਲਾਂ ਕਰਦੇ ਆ, ਟੀਚਰ ਕੱਚਿਆਂ ਨੂੰ ਕਿੰਨਿਆਂ ਨੂੰ ਪੱਕਿਆ ਕਰ ਲਿਆ, ਕਿੰਨੇ ਪ੍ਰਿੰਸੀਪਲ ਦੀਆਂ ਪੋਸਟਾਂ ਭਰ ਲੀਆਂ। ਇੱਥੇ ਆ ਕੇ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਹੋ। ਦਿੱਲੀ 'ਚ ਅੱਜ ਤੱਕ ਕਿੰਨੇ ਮੁਲਾਜ਼ਮਾਂ ਨੂੰ ਪੱਕਿਆਂ ਕਰ ਲਿਆ। ਇੱਥੇ ਆ ਕੇ ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹੋ। ਦਿੱਲੀ 'ਚ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ, 4 ਨੂੰ। ਇਹ ਮੇਰਾ ਸਿਰ ਪਤਾ ਕੀ ਆ, ਉਹਨਾਂ ਕੋਲ ਇੱਥੇ ਵੀ ਪ੍ਰਚਾਰ ਕਰਨ ਨੂੰ ਹੀ ਆ। ਲੇਕਿਨ ਆ ਫੈਕਚੁਅਲ ਗੱਲਾਂ, ਅਗਰ ਮੇਰੀ ਇੱਕ ਵੀ ਗੱਲ ਹੁਣ ਤੁਸੀਂ ਗੱਲ ਪ੍ਰਚਾਰ ਦੀ ਕੀਤੀ ਹੈ, ਪ੍ਰਚਾਰ ਦੇ ਉੱਤੇ ਕਰੋੜਾਂ ਰੁਪਏ ਖਰਚਣਾ ਪੈਂਦਾ। ਪਰ ਬਾਈ ਜੀ, ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ,
ਵੀ ਯਾਰ ਇੱਕ ਆਪਾਂ ਜਦੋਂ ਕੋਈ ਵੀ ਰੈਲੀ ਕਰਦੇ ਆ ਭਾਸ਼ਣ ਦੇ ਵਿੱਚ ਅਸੀਂ ਗੱਲ ਗੁਰੂ ਨਾਨਕ ਦੀ ਕਰਦੇ ਆ, ਗੁਰੂ ਨਾਨਕ ਦੇਵ ਜੀ ਤੋਂ ਭਾਸ਼ਣ ਸ਼ੁਰੂ ਕਰਦੇ ਆ ਆਪਾਂ, ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਘੁੰਮ ਕੇ ਪ੍ਰਚਾਰ ਕੀਤਾ, ਉਹਨਾਂ ਨੇ ਤਾਂ ਕਦੇ ਕੋਈ ਪੋਸਟਰ ਲਾਏ ਨਹੀਂ ਆ। ਇੰਨਾ ਕਰ ਦਿੱਤਾ ਵੀ ਸਾਨੂੰ ਪ੍ਰਚਾਰ ਕਰਨ ਦੀ ਲੋੜ ਪਈ। ਸਾਡੇ ਅੱਜ ਵੀ ਸੋਨੀਆ ਜੀ ਦਾ ਅਕਾਊਂਟ ਹੀ ਨਹੀਂ ਹੈਗਾ ਸੋਸ਼ਲ ਮੀਡੀਆ ਤੇ। ਪ੍ਰਧਾਨ ਮੰਤਰੀ ਘੱਟੋ ਪ੍ਰਚਾਰ ਮੰਤਰੀ ਜ਼ਿਆਦਾ ਰਹੇ, ਉਹਦੇ ਕਰਕੇ ਫਿਰ ਸਾਨੂੰ ਵੀ ਪ੍ਰਚਾਰ ਕਰਨਾ ਪਊਗਾ। ਹੁਣ ਦੂਜੀਆਂ ਦੋ ਵਿਰੋਧੀਆਂ ਪਾਰਟੀਆਂ, ਸਾਡਾ ਅਰਵਿੰਦ ਕੇਜਰੀਵਾਲ ਵੀ ਪ੍ਰਚਾਰਕ ਆ, ਇਹ ਵੀ ਪ੍ਰਚਾਰਕ ਆ, ਸਾਡੇ ਤਾਂ ਪ੍ਰਚਾਰਕ ਹੀ ਨਹੀਂ ਹੈਗੇ, ਸਾਡਾ ਤਾਂ ਪ੍ਰਚਾਰ ਹੀ ਨਹੀਂ ਹੈਗਾ ਕੋਈ। ਸਾਨੂੰ ਤਾਂ ਹੁਣ ਅਸੀਂ ਇਹਨਾਂ ਨੂੰ ਦੇਖ ਦੇਖ ਕੇ ਇਹ ਚੀਜ਼ਾਂ ਸਿੱਖੀਆਂ, ਔਰ ਹੁਣ ਅਸੀਂ ਜ਼ਰੂਰ ਇਸ ਪਾਸੇ ਨੂੰ ਸੋਚਦੇ ਹਾਂ ਵੀ ਨਹੀਂ, ਪ੍ਰਚਾਰ ਵੀ ਬਹੁਤ ਜ਼ਰੂਰੀ, ਕਿਉਂਕਿ ਲੋਕਾਂ ਦੀ ਡਿਮਾਂਡ ਆ, ਲੋਕਾਂ ਤੱਕ ਚੀਜ਼ਾਂ ਪਹੁੰਚ ਨਹੀਂ ਸਕਦੀਆਂ, ਕੰਮ ਇੰਨੇ ਹੋ ਜਾਂਦੇ ਆ, ਪ੍ਰਚਾਰ ਹੁੰਦਾ ਨਹੀਂ। ਸੋ ਇਸ ਕਰਕੇ ਇਹ ਕੋਸ਼ਿਸ਼ਾਂ, ਇਹ ਮੁਸ਼ਕਲਾਂ ਆਈਆਂ, ਔਰ ਇਹ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਚੇਂਜ ਕਰਾਂਗੇ ਔਰ ਇਹਨੂੰ ਦਰੁਸਤ ਕਰਾਂਗੇ। ਲਾਸਟ ਸਵਾਲ ਹੈ, ਤੁਸੀਂ ਕਹਿੰਦੇ ਹੋ ਵੀ ਜਿਹੜੀ ਕਾਂਗਰਸ ਨੂੰ ਜਿਤਾਓ 2022 ਦੇ ਵਿੱਚ, ਜੇ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ, ਕਰਜ਼ਾ ਮੁਕਤ ਕਰਨਾ ਹੈ, ਪਰ ਜਿਹੜੇ ਤੁਹਾਡੇ ਮੌਜੂਦਾ ਐਮਐਲਏ ਨੇ, ਪਹਿਲਾਂ ਸਾਬਕਾ ਮੰਤਰੀ ਸਾਹਿਬ ਆਪਣਾ ਰਾਣਾ ਗੁਰਮੀਤ ਸੋਢੀ ਜੀ, ਫਿਰ ਅੱਜ ਫਤਿਹ ਜੰਗ ਬਾਜਵਾ ਜੀ ਤੇ ਨਾਲ ਹੀ ਬਲਵਿੰਦਰ ਲਾਡੀ ਜੀ, ਉਹ ਤੇ ਭਾਜਪਾ ਦੇ ਵਿੱਚ ਜਾ ਕੇ ਇਹ ਕਹਿ ਰਹੇ ਨੇ ਵੀ ਇੱਥੇ ਸਭ ਤੋਂ ਜ਼ਿਆਦਾ ਮਾੜੀ ਪਾਰਟੀ ਜਿਹੜੀ ਹੈਗੀ ਕਾਂਗਰਸ ਹੈ। ਦੇਖੋ, ਮੈਂ ਫਿਰ ਉਹੀ ਕਹਿੰਦਾ, ਰਾਣਾ ਸੋਢੀ ਜੀ ਸ਼ਾਇਦ ਇਸ ਕਰਕੇ ਗਏ, ਉਹਨਾਂ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੀ। ਫਤਿਹ ਬਾਜਵਾ ਜੀ ਸ਼ਾਇਦ ਇਸ ਕਰਕੇ ਜਾ ਰਹੇ ਆ ਕਿਉਂਕਿ ਪ੍ਰਤਾਪ ਬਾਜਵਾ ਜੀ ਨੂੰ ਟਿਕਟ ਦਿੱਤੀ ਜਾ ਰਹੀ ਆ। ਸੋ ਹਰੇਕ ਦੇ ਆਪਦੇ ਕਾਰਨ, ਰੀਜ਼ਨ ਹੈਗੇ ਆ ਜਾਣ ਦੇ। ਲੇਕਿਨ ਉਹੀ ਤੁਸੀਂ ਆਮ ਆਦਮੀ ਪਾਰਟੀ ਵੇਖੋ, ਇਹ 20 ਐਮਐਲਏ ਬਣੇ ਸੀ, 10 ਭੱਜ ਗਏ। ਤੁਸੀਂ ਵੇਖੋ ਨਾ, ਇਹਦੇ ਤਾਂ 10 ਕੇ 11 ਭੱਜ ਗਏ। ਸੰਦੋਆ ਸਾਹਿਬ ਦੀ ਜਿਵੇਂ ਇਹਨਾਂ ਨੇ ਟਿਕਟ ਕੱਟੀ, ਠੀਕ ਆ, ਉਹ ਵੀ ਇੱਕ ਤਰ੍ਹਾਂ ਤੋਂ ਮੈਂ ਕਹੂੰਗਾ ਵੀ ਬੜੀ ਹੈਰਾਨਜਨਕ ਗੱਲ ਆ ਵੀ ਇੱਕ ਆਮ ਆਦਮੀ, ਇੱਕ ਆਮ ਬੰਦੇ ਜਿਹਦੀ ਤੁਸੀਂ ਗੱਲ ਕਰਦੇ ਸੀ, ਜਿਹਨੂੰ ਤੁਸੀਂ ਬਹੁਤ ਪ੍ਰਚਾਰਿਆ, ਅੱਜ ਤੁਸੀਂ ਉਹਦੀ ਟਿਕਟ ਕੱਟ ਦਿਓ, ਤੇ ਫਿਰ ਇਹਦਾ ਮਤਲਬ ਵੀ ਤੁਹਾਡੀ ਸੀਟ ਸਿਲੈਕਸ਼ਨ ਮਾੜੀ ਸੀ, ਤੁਸੀਂ ਉਦੋਂ ਸੋਚ ਕੇ ਟਿਕਟ ਨਹੀਂ ਦਿੱਤੀ ਸੀ, ਤੁਹਾਨੂੰ ਇਹ ਅੰਦਾਜ਼ਾ ਨਹੀਂ ਸੀਗਾ। ਤੁਸੀਂ ਠੀਕ ਆ, ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੀ ਪਾਰਟੀ ਦੇ ਫੈਸਲੇ ਆ, ਤੁਸੀਂ ਕਰੋ। ਲੇਕਿਨ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਇਹ ਰਿਵਾਇਤੀ ਪਾਰਟੀਆਂ ਵਾਂਗੂ, ਜਿਵੇਂ ਅਸੀਂ ਵੀ ਟਿਕਟਾਂ ਕੱਟਦੇ ਹਾਂ ਕਈਆਂ ਦੀਆਂ, ਸਾਡੀ ਵੀ ਪਾਰਟੀਆਂ ਟਿਕਟਾਂ ਕੱਟੀਆਂ ਜਾਣਗੀਆਂ, ਲੇਕਿਨ ਇਹੀ ਇਹਨਾਂ ਨੂੰ ਗੱਲ ਸਮਝਾਉਣਾ ਚਾਹੁੰਦੇ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇਹ ਕਹਿ ਰਹੀ ਆ ਨਾ, ਜੋ ਕੁਛ ਇਹ ਹੈ ਨਹੀਂ। ਉਹ 10 ਐਮਐਲਏ ਭੱਜਣ, 20 ਐਮਐਲਏ ਸੀ, 20 ਚੋਂ 10 ਹੀ ਨਹੀਂ ਸਾਂਭੇ ਗਏ, ਤੇ ਪੰਜਾਬ ਸਾਂਭਣ ਦੀਆਂ ਗੱਲਾਂ ਕਰਦੇ ਆ। ਕਿਉਂ ਨਹੀਂ ਸਾਂਭੇ ਗਏ? ਕੀ ਕਾਰਨ ਸੀ? ਯੋਗਿੰਦਰ ਯਾਦਵ ਤੋਂ ਸ਼ੁਰੂ ਹੋਇਆ ਕੰਮ, ਆਪਣਾ ਉਹ ਪ੍ਰਸ਼ਾਂਤ ਭੂਸ਼ਣ ਜੀ, ਅੰਨਾ ਹਜ਼ਾਰੇ ਜੀ, ਉਹ ਸਾਰੇ ਬੰਦਿਆਂ ਨੂੰ ਸ਼ੁਰੂ ਹੋ ਕੇ ਫਿਰ ਨਵੀਂ ਚੀਜ਼ ਦਾ ਸੁਪਨਾ ਵਿਖਾ ਦਿੰਦੇ ਆ। ਅੱਜ ਲੈ ਕੇ ਕੇਜਰੀਵਾਲ ਤੱਕ ਸੀਮਤ ਕਰਕੇ ਰੱਖਤੀ ਆਮ ਆਦਮੀ ਪਾਰਟੀ। ਅੱਜ ਆਮ ਆਦਮੀ ਨਹੀਂ, ਉਹ ਕੇਜਰੀਵਾਲ ਪਾਰਟੀ ਆ। ਕੇਜਰੀਵਾਲ ਨੂੰ ਕੋਈ ਪਸੰਦ ਆਊਗਾ ਤੇ ਤਾਂ ਠੀਕ ਆ। ਕੇਜਰੀਵਾਲ ਦਿੱਲੀ 'ਚ ਰਾਜ ਕਰ ਰਿਹਾ, ਇੱਥੋਂ ਰਾਘਵ ਚੱਡਾ ਜੀ ਰਾਜ ਕਰ ਰਿਹਾ, ਚੱਡਾ ਪਾਰਟੀ ਆ ਇਹ। ਹੁਣ ਸਵਾਲ ਤੁਹਾਡੇ ਪੱਖ ਦਾ ਹੀ ਮੈਂ ਵਿੱਚੋਂ ਹੀ ਲੈ ਲਵਾਂ। ਕੁਲਵੰਤ ਸਿੰਘ ਨੂੰ ਕੱਲ੍ਹ ਹੀ ਜੁਆਇਨ ਕਰਾਇਆ ਜਾਂਦਾ ਹੈ ਤੇ ਦੂਜੇ ਦਿਨ ਟਿਕਟ ਅਨਾਉਂਸ ਹੋ ਜਾਂਦੀ ਹੈ ਮੋਹਾਲੀ ਤੋਂ ਉਹਨਾਂ ਦੀ, ਤੇ ਪਿੱਛੇ ਲੋਕ ਇਹ ਕਹਿ ਰਹੇ ਨੇ, ਹਾਲਾਂਕਿ ਤੁਹਾਨੂੰ ਇਹ ਸਵਾਲ ਬਣਦਾ ਨਹੀਂ ਹੈ, ਪਰ ਮੈਂ ਤੁਹਾਡਾ ਰਿਐਕਸ਼ਨ ਜ਼ਰੂਰ ਚਾਹਾਂਗਾ। ਬਿਲਕੁਲ ਤੁਹਾਡੀ ਗੱਲ ਹੈ, ਮੈਨੂੰ ਸਵਾਲ ਬਣਦਾ ਨਹੀਂ ਆ। ਕੁਲਵੰਤ ਸਿੰਘ ਜੀ ਆਪਣਾ ਕਹਿੰਦੇ ਮੇਅਰ ਵੀ ਰਹੇ ਆ, ਸਾਰਾ ਕੁਝ ਰਹੇ ਆ। ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਵੀ ਹੁਣ ਤਾਂ ਆਮ ਆਦਮੀ ਪਾਰਟੀ ਦਾ ਤਾਂ ਕਿਸੇ ਵੀ ਤਰ੍ਹਾਂ ਉੱਪਰ ਨੀਚੇ ਕਰਕੇ ਸਰਕਾਰ ਬਣਾ ਲਓ, ਝੂਠ ਬੋਲੋ, ਝੂਠੇ ਵਾਅਦੇ ਕਰ ਦਿਓ, ਇਹੋ ਜਿਹੀਆਂ ਗੱਲਾਂ ਕਰ ਦਿਓ, ਕਿਸੇ ਤਰ੍ਹਾਂ ਲੋਕਾਂ ਦੇ ਮਨ 'ਚ ਗੱਲ ਕੱਢ ਦਿਓ ਵੀ ਬਸ ਵੀ ਆਮ ਆਦਮੀ ਕ੍ਰਾਂਤੀਕਾਰੀ ਪਾਰਟੀ ਆ, ਇਹਨਾਂ ਨੇ ਹੀ ਸਭ ਕੁਝ ਪੰਜਾਬ ਬਦਲ ਦੇਣਾ। ਪੰਜਾਬ ਕੋਈ ਬਦਲਣ ਦਾ ਜਾਂ ਪੰਜਾਬ ਦਾ ਭਲਾ ਕਰਨਾ, ਉਹ ਐਡਾ ਕੋਈ ਸੌਖਾ ਕੰਮ ਨਹੀਂ ਪਿਆ। ਇੰਨੀਆਂ ਸਰਕਾਰਾਂ ਆਈਆਂ, ਸਰਕਾਰਾਂ ਨੂੰ ਮੁਸ਼ਕਲਾਂ ਆਉਂਦੀਆਂ। ਕੇਜਰੀਵਾਲ ਤਾਂ ਪੰਜਾਬ ਰਾਹੀਂ ਦਿੱਲੀ ਜਿੱਤਣਾ ਚਾਹੁੰਦਾ, ਉਹ ਦਿੱਲੀ ਦਾ, ਉਹ ਪੰਜਾਬ ਤੋਂ ਕਿਉਂ ਜਿੱਤਣਾ ਚਾਹੁੰਦਾ ਬਾਰ-ਬਾਰ। ਉਹ ਗੋਆ 'ਚ ਵੀ ਇਲੈਕਸ਼ਨ ਲੜ ਰਿਹਾ, ਪਿਛਲੀ ਵਾਰ ਲੜਿਆ ਸੀ, ਕਿਉਂ ਨਹੀਂ ਜਾ ਰਿਹਾ ਐਤਕੀ ਗੋਆ। ਉੱਤਰਾਖੰਡ ਵੀ ਲੜ ਰਿਹਾ ਸੀ, ਉੱਥੇ ਕਿਉਂ ਨਹੀਂ ਜਾ ਰਿਹਾ। ਯੂਪੀ ਕਿਉਂ ਨਹੀਂ ਲੜ ਰਿਹਾ? ਕਿਉਂਕਿ ਉਹਨੂੰ ਇਹ ਆ ਵੀ ਇੱਥੇ ਮੈਂ ਕਿਸੇ ਤਰ੍ਹਾਂ ਝੂਠੀਆਂ ਗੱਲਾਂ ਕਰ ਕਰਕੇ, ਝੂਠੇ ਵਾਅਦੇ। ਪੰਜਾਬ ਦੇ ਲੋਕ ਇਮੋਸ਼ਨਲ ਆ, ਪੰਜਾਬ ਦੇ ਲੋਕ ਕਿਤੇ ਭਾਵਕ ਹੋ ਜਾਂਦੇ ਆ ਛੇਤੀ, ਪੰਜਾਬ ਦੇ ਲੋਕ ਜਜ਼ਬਾਤੀ ਆ, ਔਰ ਉਹ ਜਜ਼ਬਾਤਾਂ ਨਾਲ ਖੇਡ ਰਿਹਾ, ਉਹ ਜਜ਼ਬਾਤਾਂ ਨੂੰ ਆਪਣਾ ਕੀ ਕਹਿੰਦੇ ਬਾਰ-ਬਾਰ ਗੁੰਮਰਾਹ ਕਰ ਰਿਹਾ। ਅੱਜ ਪੰਜਾਬ ਔਰ ਹਰਿਆਣੇ ਦੇ ਵਿੱਚ ਲੋਕਾਂ ਨੇ ਜਿਸ ਤਰੀਕੇ ਕਿਸਾਨੀ ਸੰਘਰਸ਼ ਦੇ ਵਿੱਚ ਜ਼ੋਰ ਪਾਇਆ, ਔਰ ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਜਿੱਤਿਆ, ਉਹ ਜਜ਼ਬਾਤਾਂ ਨਾਲ ਜਿੱਤਿਆ ਗਿਆ ਸੰਘਰਸ਼। ਜਿਵੇਂ ਕੈਪਟਨ ਸਾਹਿਬ ਜਜ਼ਬਾਤਾਂ ਨਾਲ ਖੇਡ ਕੇ, ਉਸੇ ਤਰ੍ਹਾਂ ਤੁਹਾਡੇ ਕਾਂਗਰਸ 'ਚ ਹੀ ਸੀ ਨਾ, ਤੇ ਸਿਰਫ ਕੈਪਟਨ ਨੂੰ ਕਹੇ ਜਾਂਦੇ ਆ, ਜਿਹੜੇ ਐਮਐਲਏ ਬਣੇ ਆ ਉਦੋਂ ਸਾਥ ਵੀ ਤਾਂ ਦਿੱਤਾ ਜੀ। ਕਦੋਂ 4.5 ਸਾਲ ਬਾਅਦ ਆਪਾਂ ਬਗਾਵਤ ਕਰਦੇ ਹਾਂ ਜੀ ਆ ਕੇ? ਫਿਰ ਉਹ ਕੀ ਪਹਿਲੇ ਸਾਲ ਹੀ ਕਰ ਦਿੰਦੇ? ਸਾਲ ਹੀ ਕਰ ਦਿੰਦੇ ਜਿੰਨੇ, ਮੈਂ ਤਾਂ ਕਹਿੰਦਾ ਪਹਿਲੇ ਹਫਤੇ 4 ਹਫਤਿਆਂ ਬਾਅਦ ਕਰ ਦੇਣੀ ਚਾਹੀਦੀ ਸੀ ਜੀ। ਕੈਪਟਨ ਅਮਰਿੰਦਰ ਸਿੰਘ ਤੇ ਇੱਕ ਵਿਸ਼ਵਾਸ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਮਾਂ ਮਿਲਿਆ ਸੀ, ਇੱਕ ਇਲੈਕਟਡ ਗਵਰਨਮੈਂਟ ਸੀ। ਆਪਾਂ ਵੀ ਬਹੁਤ ਛੇਤੀ ਕਾਲੇ ਪੈ ਜਾਂਦੇ ਹਾਂ। ਤੁਸੀਂ ਜਿਵੇਂ ਤੁਹਾਡਾ ਚੈਨਲ, ਤੁਹਾਡੇ ਤੇ ਇੱਕ ਲੋਕਾਂ ਦਾ ਵਿਸ਼ਵਾਸ ਬਣਿਆ ਪਿਆ, ਸਾਰੇ ਸੋਚਦੇ ਵੀ ਪੰਜਾਬੀ ਲੋਕ
ਜਿਹੜਾ ਚੈਨਲ ਆ ਜਿਹੜਾ ਥਲੀ ਸਾਹਿਬ ਆ ਬੜਾ ਤਿੱਖਾ ਰਿਪੋਰਟਰ ਆ, ਤਿੱਖੇ ਸਵਾਲ ਕਰਦਾ, ਠੀਕ ਆ। ਹੁਣ ਥਲੀ ਸਾਹਿਬ ਕੱਲ ਨੂੰ ਆਪਣਾ ਕੀ ਕਹਿੰਦੇ 10 ਇੰਟਰਵਿਊਆਂ ਕਿਸੇ ਨਾਲ ਰਲ ਮਿਲ ਕੇ ਕਰ ਜਾਣ ਤੇ ਹੌਲੀ ਹੌਲੀ ਨਹੀਂ ਯਾਰ ਥਲੀ ਐ ਨਹੀਂ ਕਰ ਸਕਦਾ, ਨਹੀਂ ਥਲੀ ਐ ਨਹੀਂ ਕਰ ਸਕਦਾ। ਹੌਲੀ ਹੌਲੀ ਉਹ ਚੀਜ਼ ਹੁੰਦੀ ਆ ਨਾ। ਹੁਣ ਮੰਨ ਲਓ ਪਹਿਲੀ ਵਾਰੀ ਤੁਸੀਂ ਕਰੋ, ਤੁਸੀਂ ਕੋਈ ਗੱਲ ਉਹਦੇ 'ਤੇ ਕਰ ਲਓ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਚੀਜ਼ਾਂ ਨੂੰ ਬਣਦੇ ਵਿਗੜਦੇ ਸਮਾਂ ਲੱਗਦਾ ਵਾ। ਤੁਸੀਂ 5 ਸਾਲਾਂ ਨੂੰ ਮੈਂ ਕਹਿੰਦਾ ਐਡਾ ਸ਼ੁਕਰ ਮੰਨ ਲਓ ਅਸੀਂ 4.5 ਸਾਲ ਜਾਗਦੇ ਹੀ ਨਾ, ਜਾਂ ਉਸ ਤੋਂ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ। 6 ਮਹੀਨੇ ਪਹਿਲੋਂ, ਸਾਲ ਪਹਿਲੋਂ ਮੈਂ 2-3 ਵਾਰ ਬੋਲਿਆ। ਇਹਦਾ ਇਹ ਮਤਲਬ ਨਹੀਂ ਆ ਵੀ ਕੈਪਟਨ ਸਾਹਿਬ ਨੇ ਕੱਖ ਵੀ ਨਹੀਂ ਕਰਿਆ। ਕੈਪਟਨ ਸਾਹਿਬ ਨੇ ਵੀ ਕੁਛ ਮਾੜਾ ਮੋਟਾ ਕਰਿਆ। ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਵੀ ਇੱਕ ਸੋਚ ਸੀ ਪੰਜਾਬ ਪ੍ਰਤੀ। ਕੈਪਟਨ ਸਾਹਿਬ ਨਾਲ ਕੋਈ ਰੋਸ ਆ ਜਿਸ ਗੱਲ ਦਾ ਕੈਪਟਨ ਸਾਹਿਬ ਦਾ ਵੀ ਕੈਪਟਨ ਸਾਹਿਬ ਤੁਸੀਂ ਮੰਨ ਲਿਆ, ਚਲੋ ਤੁਸੀਂ ਤੁਹਾਨੂੰ ਮੁੱਖ ਮੰਤਰੀ ਗਲਤ ਤਰੀਕੇ ਨਾਲ ਹਟਾਤਾ। ਇਹਦਾ ਇਹ ਮਤਲਬ ਥੋੜ੍ਹਾ ਵੀ ਤੁਸੀਂ ਹੁਣ ਕਾਂਗਰਸ ਸਰਕਾਰ ਨੂੰ ਹੀ ਠੋਕਣ 'ਤੇ ਚੱਲ ਪਓ। ਇੰਨੇ ਇਸੇ ਪਾਰਟੀ ਨੇ ਤੁਹਾਨੂੰ ਬੜੀ ਵਾਰ ਮੁੱਖ ਮੰਤਰੀ ਬਣਾਇਆ। ਮੇਰੇ ਵੀ ਬੜੇ ਰੌਲੇ ਆ ਆਮ ਆਦਮੀ ਆਪਣੀ ਪਾਰਟੀ ਦੇ ਵਿੱਚ। ਮੈਂ ਹੁਣ ਕਹਾਂ ਵੀ ਠੀਕ ਆ ਮੈਨੂੰ ਕਈ ਚੀਜ਼ਾਂ ਨਹੀਂ ਮਿਲੀਆਂ, ਲੇਕਿਨ ਮੈਂ ਉਸ ਚੀਜ਼ ਨੂੰ ਮੱਦੇਨਜ਼ਰ ਇਹ ਨਹੀਂ ਕਹਿ ਸਕਦਾ ਨਾ ਵੀ ਪਾਰਟੀ ਨੂੰ ਦੁਬਾਰਾ ਮੈਂ ਮਾੜਾ ਚੰਗਾ। ਇਸੇ ਪਾਰਟੀ ਨੇ ਮੈਨੂੰ ਪ੍ਰਧਾਨਗੀ ਦਿੱਤੀ, ਇਸੇ ਪਾਰਟੀ ਨੇ ਪਿਛਲੀ ਵਾਰ ਟਿਕਟ ਦਿੱਤੀ, ਇਸੇ ਪਾਰਟੀ ਨੇ ਦਿੱਤਾ ਨਾ ਸਭ ਕੁਝ। ਕੱਲ੍ਹ ਨੂੰ ਕੀ ਪਤਾ ਪਾਰਟੀ ਕੁਝ ਨਾ ਦੇਵੇ ਤੇ ਮੈਂ ਉਦੋਂ ਪਾਰਟੀ ਨੂੰ ਹਾਂ ਕੈਪਟਨ ਸਾਹਿਬ ਦੀ ਮੈਂ ਜਿਹੜੀ ਭਾਵਨਾ ਵਾ ਉਸ ਚੀਜ਼ ਦੀ ਕਦਰ ਕਰਦਾ। ਲੇਕਿਨ ਉਸ ਤੋਂ ਬਾਅਦ ਇਹ ਕਰਨਾ ਜੋ ਉਹਨਾਂ ਨੇ ਇਹ ਕਿਹਾ ਮੈਂ ਉਸ ਚੀਜ਼ ਨਾਲ ਸਹਿਮਤ ਨਹੀਂ ਹਾਂ। ਤੁਸੀਂ ਕਹਿੰਦੇ ਹੋ 4.5 ਸਾਲ ਬਾਅਦ ਘੱਟੋ ਘੱਟ ਚੇਂਜ ਤਾਂ ਲਿਆਂਦੀ, ਘੱਟੋ ਘੱਟ ਇੱਕ ਮੰਨਿਆ ਤਾਂ ਸਹੀ। ਇਹ ਤਾਂ ਮੰਨਦੇ ਹੀ ਨਹੀਂ। ਕੇਜਰੀਵਾਲ ਹੋਣੀ ਹਾਲੇ ਤੱਕ ਨਹੀਂ ਮੰਨਦੇ, ਸੁਖਬੀਰ ਬਾਦਲ ਹੋਣੀ, ਮਜੀਠੀਆ ਹੋਣੀ ਅੱਜ ਤੱਕ ਨਹੀਂ ਮੰਨਦੇ। ਇੱਕ ਵਾਰ ਗਲਤੀ ਮੰਨ ਲੈਂਦੇ ਵੀ ਹਾਂ ਭਾਈ ਸਾਡੇ ਤੋਂ ਗਲਤ ਹੋ ਗਿਆ ਬੇਅਦਬੀਆਂ ਦੇ। ਕੇਜਰੀਵਾਲ ਤੇ ਮਜੀਠੀਆ ਹੋਰੀ ਸੁਖਬੀਰ ਬਾਦਲ ਹੋਰੀ ਤਾਂ ਕਹਿੰਦੇ 4.5 ਸਾਲ ਬਾਅਦ ਚੇਂਜ ਲਿਆਂਦੀ ਲੋਕਾਂ ਦੇ ਛਿੱਤਰਾਂ ਦੇ ਡਰ ਤੋਂ ਵੀ ਹੁਣ ਪਿੰਡਾਂ 'ਚ ਨਹੀਂ ਵੜਨ ਦੇਣੇ ਜੀ, ਇਹ ਕਹਿ ਰਹੇ ਆ ਉਹ। ਤੇ ਪਿਛਲੀ ਵਾਰ ਜਿਹੜੇ 5 ਇਹ ਜਦੋਂ 15 ਸੀਟਾਂ ਤੇ ਆ ਗਏ ਇਹਨਾਂ ਨੂੰ ਵੜਨ ਦੇ ਦਿੱਤਾ ਸੀ ਲੋਕਾਂ ਨੇ। ਲੋਕਾਂ ਹੀ ਵੜਨ ਦਿੰਦੇ ਆ, ਲੋਕੀ ਛਿੱਤਰਾਂ ਤੋਂ ਨਹੀਂ। ਇਹ ਗੱਲ ਨਹੀਂ ਹੈਗੀ ਜਿਹੜੀ ਇਹ ਗੱਲ ਕਰਦੇ ਆ, ਲੋਕੀ ਵੋਟਾਂ ਰਾਹੀਂ ਆਪਣਾ ਗੁੱਸਾ ਕੱਢਦੇ ਆ। ਅਸੀਂ ਲੋਕਾਂ ਦੇ ਵਿੱਚ ਜਾਣਾ ਸੀ, ਅਸੀਂ ਲੋਕਾਂ ਨੂੰ ਕੁਛ ਨਾ ਕੁਛ ਕਹਿਣ ਜੋਗੇ ਹੋਣਾ ਸੀਗਾ ਅਸੀਂ। ਔਰ ਲੀਡਰਸ਼ਿਪ ਚੇਂਜ ਆਂਦੀ ਹੁੰਦੀ ਹੈ ਪਾਰਟੀਆਂ ਦੀ ਆਪ ਦੀ ਇੱਕ ਰਣਨੀਤੀ ਆ। ਬਿਕਰਮ ਮਜੀਠੀਆ ਤੋਂ ਮਾਫੀ ਮੰਗਦਾ ਕੇਜਰੀਵਾਲ, ਪਹਿਲੋਂ ਕਹਿੰਦਾ ਵੀ ਇਹ ਨਸ਼ਾ ਤਸਕਰਾ, ਬਾਅਦ 'ਚ ਮੰਗਦਾ ਮਾਫੀਆਂ, ਤੇ ਅੱਜ ਫਿਰ ਬਸ਼ਰਮਾ ਵਾਂਗੂ ਆ ਕੇ ਫਿਰ ਇਲਜ਼ਾਮ ਲਾਈ ਜਾਂਦਾ। ਹੁਣ ਇਲਜ਼ਾਮ ਲਾ ਦਿੰਦਾ ਚੰਨੀ ਸਾਹਿਬ ਤੇ, ਕੱਲ੍ਹ ਨੂੰ ਫਿਰ ਮਾਫੀ ਮੰਗ ਜੂਗਾ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਇਹ ਲੋਕਾਂ ਨੂੰ ਦੇਖਣਾ ਪੈਣਾ ਪਾਰਟੀਆਂ ਦੇ ਵਿੱਚ ਕਿਹਦੇ ਵਿੱਚ ਕਿੰਨਾ ਫਰਕ ਆ। ਬਿਲਕੁਲ ਆਖਰੀ ਸਵਾਲ, ਨਵਜੋਤ ਸਿੱਧੂ ਹੋਰੀ ਕਹਿ ਰਹੇ ਨੇ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਚੋਣਾਂ ਜਿੱਤੋ, ਤੇ ਹਾਈ ਕਮਾਂਡ ਕਹਿ ਰਹੀ ਹੈ ਉੱਤਰਾਖੰਡ ਤੇ ਪੰਜਾਬ ਦੇ ਲਈ ਚਿਹਰਿਆਂ ਦਾ ਐਲਾਨ ਨਹੀਂ ਕਰਾਂਗੇ। ਪਾਰਟੀ ਦਾ ਆਪਣਾ ਫੈਸਲਾ ਵਾ, ਉਹਦਾ ਮੇਰੇ ਹਿਸਾਬ ਨਾਲ ਜੋ ਵੀ ਫੈਸਲਾ ਕਰਦੇ ਆ ਉਹਦੇ ਵਿੱਚ ਸਾਨੂੰ ਸਤਿਕਾਰ ਕਰਨਾ ਚਾਹੀਦਾ। ਸਿੱਧੂ ਸਾਹਿਬ ਜੋ ਕਹਿੰਦੇ ਨੇ ਉਹ ਕਹਿੰਦੇ ਵੀ ਖਮਿਆਜ਼ਾ ਇੱਕ ਪਾਰਟੀ ਨੇ ਪਹਿਲਾਂ ਭੁਗਤਿਆ, ਇਹਨਾਂ ਨੇ ਆਮ ਆਦਮੀ ਪਾਰਟੀ ਜੇ ਕਹਿੰਦੀ ਵੀ ਅਸੀਂ ਚਿਹਰੇ ਦਾ ਅਨਾਉਂਸ ਨਹੀਂ ਕੀਤਾ ਸੀ ਤਾਂ ਮਤਲਬ ਕਿ ਚਿਹਰਾ ਅਨਾਉਂਸ ਕਰਕੇ ਚੱਲਣਾ ਚਾਹੀਦਾ। ਦੇਖੋ ਮੈਂ ਫਿਰ ਤੁਹਾਨੂੰ ਇਹ ਕਹਿੰਦਾ ਸਿੱਧੂ ਸਾਹਿਬ ਦੀ ਆਪ ਦੀ PCC ਪ੍ਰਧਾਨ ਦੇ ਉੱਤੇ ਰਾਏ ਆ, ਮੇਰੀ ਆਪਣੀ ਰਾਏ ਆ, ਪਾਰਟੀ ਦੀ ਆਪਣੀ ਦੇਖ ਕੇ ਦੇਣਾ ਪੈਣਾ ਕਿਉਂਕਿ ਸਿੱਧੂ ਸਾਹਿਬ ਵੀ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਹੋ ਸਕਦੇ, ਚਿਹਰਾ ਹੋ ਸਕਦੇ ਆ। ਬਿਲਕੁਲ ਹੋ ਸਕਦੇ ਆ, ਕੋਈ ਇਹਦੇ ਅੰਦਰ ਦੋ ਰਾਏ ਨਹੀਂ ਆ। ਲੇਕਿਨ ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿੰਦਾ ਵਾਂ ਵੀ ਪਾਰਟੀ ਦਾ ਫੈਸਲਾ ਨਾ, ਇਸੇ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਾਇਆ, ਇਸੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਇਆ। ਸੋ ਪਾਰਟੀ ਤੇ ਭਰੋਸਾ ਰੱਖਣਾ ਚਾਹੀਦਾ। ਜੇ ਤੁਹਾਨੂੰ ਰੋਪੜ ਤੋਂ ਟਿਕਟ ਮਿਲਦੀ ਹੈ, ਜਿੱਤ ਵੀ ਜਾਂਦੇ ਹੋ, ਤਾਂ ਪਹਿਲੇ ਕੰਮ ਮੁੱਢਲੇ ਕੰਮ ਕੀ ਹੈ ਕਰਨ ਵਾਲੇ? ਬਹੁਤ ਵਧੀਆ ਸਵਾਲ ਆ ਤੁਹਾਡਾ, ਬਹੁਤ ਜ਼ਿਆਦਾ ਵਧੀਆ ਸਵਾਲ ਆ। ਮੈਂ ਇੱਕ ਪੂਰਾ ਪਲਾਨ ਬਣਾਇਆ ਹੋਇਆ ਆਪਣੇ ਵੱਲੋਂ। ਮੈਂ ਆਪਣੇ ਰੋਜ਼ ਇਹ ਸੋਚਦਾ ਰਹਿੰਦਾ ਵਾਂ, ਮੈਂ ਇਹ ਨਹੀਂ ਸੋਚਦਾ ਹੁੰਦਾ ਵੀ ਮੈਂ ਜਿੱਤਣਾ ਕਿਵੇਂ ਆ, ਮੈਨੂੰ ਇਸ ਗੱਲ ਦਾ ਹੁੰਦਾ ਵੀ ਜਿੱਤਣ ਤੋਂ ਬਾਅਦ ਕਰਨਾ ਕੀ ਆ। ਔਰ ਮੈਂ ਤੁਹਾਡੇ ਨਾਲ ਸਮੇਂ ਸਿਰ ਆਉਣ ਦੇ ਉੱਤੇ ਮੈਂ ਵੈਸੇ ਤੁਹਾਨੂੰ ਮੋਟਾ ਦੱਸ ਦਿੰਦਾ, ਮੇਰੀ ਇਹ ਕੋਸ਼ਿਸ਼ ਰਹੂਗੀ ਵੀ ਲੋਕਾਂ ਦੀ ਮੰਗਾਂ ਦੇ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਜਿਹੜੀ ਮੰਗ ਆ ਉਹਦੇ ਕੰਮ ਪਹਿਲ ਦੇ ਆਧਾਰ 'ਤੇ ਹੋਣ। ਇਹ ਨਹੀਂ ਵੀ ਵਰਿੰਦਰ ਢਿੱਲੋਂ ਨੂੰ ਆਹ ਚੀਜ਼ ਪਸੰਦ ਆ ਜਾਂ ਵਰਿੰਦਰ ਢਿੱਲੋਂ ਆਹ ਕਰਨਾ ਚਾਹੁੰਦਾ ਜਾਂ ਫਲਾਨਾ ਇਹ ਕਰਨਾ ਚਾਹੁੰਦਾ। ਲੋਕਾਂ ਦੀ ਪੰਚਾਇਤ ਵਿੱਚੋਂ ਇੱਕ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਮੁੱਦਾ ਵਾ ਜਿਹੜਾ ਵਾ ਉਹਨਾਂ ਦੇ ਹਿਸਾਬ ਨਾਲ ਕਰੀਏ। ਸੋ ਬਹੁਤ ਕੁਝ ਸੋਚਿਆ ਹੋਇਆ, ਬਹੁਤ ਕੁਝ ਕਰਨ ਦੀ ਚਾਹ ਵਾ, ਬੜਾ ਨਵੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਕਰਨਾ ਚਾਹੁੰਦੇ ਆ, ਪਲਾਨ ਹੈਗੇ ਆ। 5 ਸਾਲ ਜਿਹੜਾ ਇਹ ਹਾਰਨ ਤੋਂ ਬਾਅਦ ਸੰਘਰਸ਼ ਰਿਹਾ ਵਾ, ਇਹਨੇ ਬਹੁਤ ਕੁਝ ਸਿਖਾਇਆ, ਇਹਨੇ ਬਹੁਤ ਚੀਜ਼ਾਂ ਨਵੀਆਂ
ਜਿਹੜੀਆਂ ਵਾ ਡਿਵੈਲਪ ਹੋਈਆਂ, ਰਾਜਨੀਤੀ ਨੂੰ ਸਮਝਣ ਦੀ ਆਪਣਾ ਸ਼ਮਤਾ ਜਿਹੜੀ ਸੀਗੀ ਉਹ ਹੋਰ ਤਰੀਕੇ ਨਾਲ ਵਧੀ। ਪਹਿਲਾਂ ਯੂਨੀਵਰਸਿਟੀਆਂ ਦੀ ਰਾਜਨੀਤੀ ਸੀ, ਉੱਥੇ ਇੱਕ ਡਿਫਰੈਂਟ ਤਰੀਕੇ ਦੀ ਗੱਲਬਾਤ ਸੀ। ਇੱਥੇ ਘਸਾਈ ਹੋਣ ਤੋਂ ਬਾਅਦ, ਇੱਥੇ ਇਲਾਕੇ ਦੇ ਵਿੱਚ ਵਿਚਰਨ ਤੋਂ ਬਾਅਦ ਇੱਥੋਂ ਦੀਆਂ ਗੱਲਾਂ ਸਮਝ ਆਈਆਂ ਔਰ ਇੱਥੋਂ ਦੇ ਲੋਕਾਂ ਨੂੰ ਜਿਹੜਾ ਆਪਣਾ ਕੀ ਕਹਿੰਦੇ ਮੁੱਖ ਰੱਖ ਕੇ, ਜਿਹੜੇ ਹਲਕੇ ਜਿਨ੍ਹਾਂ ਨੇ ਵੋਟਾਂ ਪਾਉਣਗੇ ਉਹਨਾਂ ਨੂੰ ਮੁੱਖ ਰੱਖ ਕੇ ਬਿਲਕੁਲ ਪਲਾਨ ਜਿਹੜਾ ਵਾ ਬਣਾਵਾਂਗੇ। ਲੇਕਿਨ ਅਗਰ ਮੈਂ ਫਿਰ ਵੀ ਤੁਹਾਨੂੰ ਕਹਿੰਦਾ, ਮੇਰੀ ਸਭ ਤੋਂ ਦਿਲ ਦੀ ਇਹ ਮੇਰੀ ਮਤਲਬ ਅਗਰ ਮੈਂ ਕਹਾਂ ਮੈਂ ਕੁਛ ਕਰਨਾ ਚਾਹੁੰਦਾ ਵਾਂ, ਜਾਂ ਜਿਹੜੀ ਮੈਂ ਚੀਜ਼ ਮੈਂ ਸੋਚਦਾ ਵਾਂ ਵੀ ਜਿਹੜੀ ਆਪਾਂ ਇਸ ਚੀਜ਼ ਨੂੰ ਕਰ, ਆ ਜਿਹੜਾ ਦਰਿਆ ਨਾ ਆਪਣਾ, ਇਹਨੂੰ ਇੱਕ ਟੂਰਿਜ਼ਮ ਤੌਰ ਦੇ ਉੱਤੇ ਔਰ ਗ੍ਰੀਨ ਈਕੋ ਟੂਰਿਜ਼ਮ ਤੌਰ ਦੇ ਉੱਤੇ ਇਹਨੂੰ ਡਿਵੈਲਪ ਕਰਨਾ ਮੇਰਾ ਮਤਲਬ ਇੱਕ ਸੁਪਨਾ ਵਾ। ਵੀ ਅਗਰ ਮੈਂ ਕਹਾਂ ਵੀ ਅਗਰ ਇਸ ਚੀਜ਼ ਨੂੰ, ਕਿਉਂਕਿ ਇਸ ਤੋਂ ਰੋਪੜ ਤੋਂ ਖੂਬਸੂਰਤ ਜਗ੍ਹਾ ਕੋਈ ਨਹੀਂ ਹੈਗੀ। ਰੋਪੜ ਦੇ ਵਿੱਚ ਜੰਗਲ ਵੀ ਆ, ਪਹਾੜ ਵੀ ਆ, ਦਰਿਆ ਵੀ ਆ, ਪਲੇਨ ਵੀ ਆ, ਸਾਫ਼ ਸੁਥਰੀ ਹਵਾ ਵੀ ਆ। ਸੋ ਇਹ ਚੀਜ਼ ਦੇ ਵਿੱਚ ਇਹਦਾ ਹੱਲ ਮੈਂ ਇਹ ਵੀ ਨਹੀਂ ਚਾਹੁੰਦਾ ਜਿਵੇਂ ਹੁਣ ਫੈਕਟਰੀ ਆਈ ਆ ਵੀ ਫੈਕਟਰੀਆਂ ਲਿਆ ਕੇ ਇੱਥੇ ਪ੍ਰੋਜੈਕਟ ਲੈ ਆਓ ਅਤੇ ਰੋਪੜ ਦਾ ਵਾਤਾਵਰਨ, ਰੋਪੜ ਦੀ ਇਸ ਚੀਜ਼ ਨੂੰ ਤੁਸੀਂ ਨਖੇੜ ਕੇ ਰੱਖ ਦਿਓ। ਰੋਪੜ ਦੀ ਜੋ ਬਣਤਰ ਆ, ਰੋਪੜ ਦਾ ਜੋ ਕਲਚਰ ਆ, ਉਸ ਚੀਜ਼ ਨੂੰ ਪ੍ਰੀਜ਼ਰਵ ਕਰਕੇ, ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੋਏ ਇਹਦੇ ਆਲੇ ਦੁਆਲੇ ਜਿਹੜਾ ਵਾ ਉਹ ਪ੍ਰੋਜੈਕਟ ਆਉਣੇ ਚਾਹੀਦੇ ਔਰ ਉਹਦੇ ਵਿੱਚ ਈਕੋ ਟੂਰਿਜ਼ਮ ਦੀ ਇੱਥੇ ਬਹੁਤ ਪੋਟੈਂਸ਼ੀਅਲ ਆ। ਅਕਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਥੇ ਹੈਗੇ ਆ ਜਿੱਥੇ ਲੋਕੀ ਲੱਖਾਂ ਦੀ ਤਾਦਾਦ 'ਚ ਆਉਂਦੇ ਆ। ਆਪਣਾ ਕੀ ਕਹਿੰਦੇ ਭੱਠਾ ਸਾਹਿਬ ਲੋਕੀ ਲੱਖਾਂ ਦੀ ਤਾਦਾਦ 'ਚ ਆਉਂਦੇ ਆ। ਟਿੱਬੀ ਸਾਹਿਬ ਲੋਕੀ ਜਾਂਦੇ ਆ। ਓਂ ਹੀ ਤੁਸੀਂ ਅਗਰ ਵੇਖੋਗੇ ਇੱਥੋਂ ਦਾ ਹੈਰੀਟੇਜ ਜਿਹੜਾ ਵਾ, ਪੁਰਾਣਾ ਕਲਚਰ ਆ, ਉਹ ਬੜਾ ਵਿਸ਼ਾਲ ਆ। ਲੋਕੀ ਇੱਕ ਇਹੋ ਜਿਹੀ ਜਗ੍ਹਾ ਤੁਸੀਂ ਵੇਖੋ ਏਡੀ ਖੂਬਸੂਰਤ ਆ ਜਿੱਥੇ ਹਰ ਧਰਮ ਦੇ ਲੋਕ ਵਸਦੇ ਆ। ਇੱਥੇ ਹਰ ਬਰਾਦਰੀ ਦੇ ਲੋਕ ਵਸਦੇ ਆ। ਇੱਥੇ ਤੁਸੀਂ ਇਹ ਕਹੋਗੇ ਹਰ ਮਤਲਬ ਇੱਕ ਐਡਾ ਖੂਬਸੂਰਤ ਭਾਈਚਾਰਕ ਸਾਂਝ ਦਾ ਐਗਜ਼ਾਮਪਲ ਆ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਧਰਮ ਦਾ ਸਤਿਕਾਰ ਹੋਊ, ਹਰ ਵਰਗ ਦਾ ਸਤਿਕਾਰ ਹੋਊ ਔਰ ਇਸ ਚੀਜ਼ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਗੇ ਚੱਲਾਂਗੇ। ਬਿਲਕੁਲ। ਸੋ ਇਹ ਸੀ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਵਰਿੰਦਰ ਢਿੱਲੋਂ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਅਤੇ ਉਹਨਾਂ ਦਾ ਕਹਿਣਾ ਹੈ ਵੀ ਸਭ ਤੋਂ ਪਹਿਲਾਂ ਰੋਪੜ ਦੇ ਵਿੱਚ ਦਰਿਆ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਵਧੀਆ ਉਸ ਨੂੰ ਬਣਾਇਆ ਜਾਵੇਗਾ ਅਤੇ ਲੋਕ ਫਿਰ ਇੱਥੇ ਆਉਣਗੇ ਅਤੇ ਉਸ ਦੇ ਨਾਲ ਹੀ ਇੱਥੇ ਦੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।